ਸ਼ਾਂਤਮਈ ਮੋਰਚੇ ਨੇ ਕੀ ਸਾਬਤ ਕੀਤਾ ਹੈ ਦੁਨੀਆ ਨੂੰ? ਇੰਨਾ ਲੰਬਾ ਸਮਾਂ ਮੋਰਚਾ ਚੱਲਿਆ ਔਰ ਉਸ ਵਿੱਚੋਂ ਸਰਕਾਰਾਂ ਜ਼ੋਰ ਲਾ ਕੇ ਵੀ ਉਸ ਦੇ ਵਿੱਚ ਕੋਈ ਇੱਕ ਕਿਣਕੇ ਭਰ ਦੀ ਚੀਜ਼ ਨਹੀਂ ਲੱਭ ਸਕਦੀ। ਜਿਹੜੀਆਂ ਜਥੇਬੰਦੀਆਂ ਜਿਹੜੀਆਂ ਕਿਸੇ ਕਿਸਮ ਦੀ ਇਸ ਤਰ੍ਹਾਂ ਦੀ ਭੜਕਾਊ ਕਾਲ ਦਿੰਦੀਆਂ ਨੇ ਜਿਸ ਨਾਲ ਸਾਡੀ ਅਮਨ ਤੇ ਸ਼ਾਂਤੀ ਨੂੰ ਫਰਕ ਪੈ ਸਕਦਾ ਹੈ, ਸਰਕਾਰਾਂ ਨੂੰ ਚਾਹੀਦਾ ਕਿ ਇਸ ਨੂੰ ਪਹਿਲਾਂ ਨੱਥ ਪਾਉਣ। ਕੁਝ ਮੀਡੀਆ ਆਊਟਲੈਟਸ ਇਹੋ ਜਿਹੇ ਨੇ ਮੰਨੇ ਪਰਮੰਨੇ, ਉਹਨਾਂ ਦੇ ਉੱਪਰ ਸਾਰਾ ਦਿਨ ਟੀਵੀ ਦੇ ਉੱਪਰ ਵੀ ਗਲਤ ਪੰਜਾਬੀ ਗਲਤ ਲਫ਼ਜ਼ ਜਿਨ੍ਹਾਂ ਦਾ ਅਰਥ ਹੋਰ ਦਾ ਹੋਰ ਨਿਕਲ ਜਾਂਦਾ, ਉਹ ਸਾਰਾ ਦਿਨ ਪ੍ਰਸਾਰਿਤ ਹੁੰਦੇ ਨੇ ਤੇ ਪ੍ਰਕਾਸ਼ਿਤ ਹੁੰਦੇ ਨੇ। ਭਾਰਤੀ ਜਨਤਾ ਪਾਰਟੀ ਦੇ ਹਿਸਾਬ ਨਾਲ ਜਿਹੜੀ ਕੈਲਕੂਲੇਸ਼ਨ ਹੈ ਉਹ ਉਹਨਾਂ ਦੇ ਹਿਸਾਬ ਨਾਲ ਠੀਕ ਹੋ ਸਕਦੀ ਹੈ, ਪਰ ਜਦੋਂ ਪੰਜਾਬ ਦੀ ਪਰਿਸਥਿਤੀਆਂ ਨੂੰ ਅਸੀਂ ਵੇਖੀਏ ਤੇ ਜਿਹੜੇ ਲੋਕਾਂ ਨੂੰ ਉਹਨਾਂ ਨੇ ਨਾਲ ਜੋੜਿਆ, ਪੰਜਾਬ ਲੋਕ ਕਾਂਗਰਸ ਹੈ, ਅਕਾਲੀ ਦਲ ਸੰਯੁਕਤ ਹੈ, ਉਹਦੇ ਵਿੱਚ ਕੋਈ ਗੱਲ ਮਜ਼ੇ ਵਾਲੀ ਲੱਗਦੀ ਨਹੀਂ ਸੀ ਤੇ ਨਾ ਕੋਈ ਸੀਰੀਅਸਨੈਸ ਉਹਦੇ ਵਿੱਚ ਨਜ਼ਰ ਆਈ। ਭਾਜਪਾ ਵਾਲੇ ਆਪਣੇ ਬਲਬੂਤੇ ਤੇ ਉਹ ਕਹਿੰਦੇ ਨੇ ਕਿ ਥੋੜੀਆਂ ਸਹੀ ਜਾਂ ਸਾਨੂੰ ਤੀਜੇ ਨੰਬਰ ਤੇ ਆ ਜਾਈਏ, ਚੌਥੇ ਤੇ ਆ ਜਾਈਏ, ਕਿਤੇ ਜਿੱਤ ਵੀ ਜਾਵਾਂਗੇ ਸ਼ਹਿਰਾਂ ਦੇ ਸ਼ਹਿਰੀ ਖੇਤਰਾਂ 'ਚੋਂ ਜਾਂ ਹੋਰ ਕਿਤੇ ਸੰਗਰੂਰ ਵਿੱਚ ਉਹਦੇ ਚਾਂਸ ਨਹੀਂ ਲੱਗਦੇ, ਪਰ ਉਹਨਾਂ ਨੇ ਸਿਰ ਖੁਦ ਹੋ ਕੇ ਚੱਲਣ ਦਾ ਫੈਸਲਾ ਕਰ ਲਿਆ। ਨਿਊਕਲੀਅਰ ਪਾਵਰ ਪਲਾਂਟ ਲੰਘਣਗੇ, ਉਹ ਸਸਤੇ ਪੈਂਦੇ ਨੇ ਤੇ ਜ਼ਿਆਦਾ ਐਕੂਰੇਟ ਹੁੰਦੇ ਨੇ ਤੇ ਕੋਲਾ ਇੰਨਾ ਜ਼ਿਆਦਾ ਫੂਕਣ ਦੀ ਸਾਨੂੰ ਲੋੜ ਨਹੀਂ ਪਏਗੀ ਤੇ ਪਲਾਂਟ ਉਸ ਤੋਂ ਜਿਹੜੀ ਪਾਵਰ ਜਨਰੇਸ਼ਨ ਹੈ ਉਹ ਹੋਵੇਗੀ। ਹੁਣ ਉਹ ਜਨਰੇਸ਼ਨ ਕਿੰਨੀ ਕੁ ਹੋਈ ਤੇ ਉਹ ਪਾਵਰ ਪਲਾਂਟ ਨਿਊਕਲੀਅਰ ਵਾਲੇ ਕਿੰਨੇ ਕੁ ਲੱਗੇ ਤੇ ਕਿੱਥੇ ਲੱਗੇ, ਸਿਸਮਿਕ ਜ਼ੋਨ ਆਇਡੈਂਟੀਫਾਈ ਕਰਕੇ ਲਾਇਆ ਵੀ ਕੋਈ ਜਾਂ ਨਹੀਂ, ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਭਾਰਤ ਦੀਆਂ 14 ਤੋਂ 17 ਸਟੇਟਾਂ ਦੇ ਵਿੱਚ ਗੰਭੀਰ ਬਿਜਲੀ ਦਾ ਸੰਕਟ ਹੈ ਤੇ ਉਹ ਸਾਰੀਆਂ ਸਟੇਟਾਂ ਨੇ ਜਿੱਥੇ ਬਿਜਲੀ ਦੀ ਖਪਤ ਵੱਧ ਹੈ। ਜਿਨ੍ਹਾਂ ਵਿੱਚ ਇਸ ਵੇਲੇ ਸੰਕਟ ਨਹੀਂ ਹੈ ਉਹ ਉੱਥੇ ਖਪਤ ਘੱਟ ਹੈ, ਇਸ ਕਰਕੇ ਬਚਾਅ ਹੈ। ਜਦੋਂ ਕੈਪਟਨ ਅਮਰਿੰਦਰ ਸਿੰਘ 2017 ਦੇ ਵਿੱਚ ਮੁੱਖ ਮੰਤਰੀ ਬਣੇ ਸੀ ਤੇ ਉਹ ਕੰਧਾਂ ਤੇ ਕਿਹੜਾ ਨਾਰਾ ਲਿਖਿਆ ਸੀ? ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ। ਤੇ ਫਿਰ ਨਾਰਾ ਕੀ ਬਦਲਿਆ? ਚਾਹੁੰਦਾ ਹੈ ਪੰਜਾਬ ਜਨਰੇਟਰ ਦੀ ਤਾਰ। ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ NTPC ਗਵਰਨਮੈਂਟ ਦਾ ਕਿੰਨਾ ਵੱਡਾ ਅਦਾਰਾ ਸੀ ਜੋ ਪੁਰਾਣੀਆਂ ਸਰਕਾਰਾਂ ਨੇ ਲਾਇਆ ਸੀ। ਹੌਲੀ ਹੌਲੀ ਉਹ ਅਬਸਲੀਟ ਹੁੰਦੇ ਜਾ ਰਹੇ ਨੇ, ਉਹਨਾਂ ਨੂੰ ਪੁੱਛਦਾ ਕੋਈ ਨਹੀਂ ਹੈ ਤੇ ਪ੍ਰਾਈਵੇਟ ਨਾਲ ਵੱਡੇ ਵੱਡੇ ਠੇਕੇ ਕਰਕੇ ਬਿਜਲੀ ਜਿਹੜੀ ਉਹਨਾਂ ਤੋਂ ਮਹਿੰਗੇ ਭਾਅ ਦੀ ਖਰੀਦੀ ਜਾ ਰਹੀ ਹੈ। ਜਿਹੜੀ ਸੂਚੀ ਮੈਂ ਤੁਹਾਨੂੰ ਸੁਣਾਈ ਹੈ, ਇਸ ਸੂਚੀ ਦੇ ਵਿੱਚ ਅਜੇ ਇਹ ਅਧੂਰੀ ਹੈ। ਮੇਰੇ ਕੋਲ ਸੂਚੀ ਵਿੱਚ ਹੋਰ ਵੀ ਨਾਮ ਨੇ ਜਿਹੜੇ ਮੈਂ ਛੱਡ ਦਿੱਤੇ ਨੇ, ਕੋਈ ਕਿਸੇ ਦਾ ਰਿਸ਼ਤੇਦਾਰ ਹੈ, ਕੋਈ ਕਿਸੇ ਦਾ, ਲੰਬੀ ਚੌੜੀ ਸੂਚੀ ਹੈ। ਜੇ ਇਹ ਸੂਚੀ ਸਹੀ ਹੈ ਤੇ ਪੁਰਾਣੀ ਸਰਕਾਰ ਦੇ ਇੰਨੇ ਨਜ਼ਦੀਕੀ ਇਸ ਵਿਧਾਨ ਸਭਾ ਦੇ ਦਫ਼ਤਰਾਂ ਦੇ ਵਿੱਚ ਬੈਠੇ ਹੋਏ ਨੇ ਤੇ ਫਿਰ ਵਿਧਾਨ ਸਭਾ ਦਾ ਕੰਮਕਾਜ ਕਿਵੇਂ ਚੱਲੇਗਾ? ਜਿੱਦਣ ਨਵਜੋਤ ਸਿੰਘ ਸਿੱਧੂ ਰੌਲਾ ਪਾਉਂਦੇ ਸੀ ਕਿ ਐਡਵੋਕੇਟ ਜਨਰਲ ਤੇ ਪੰਜਾਬ ਪੁਲਿਸ ਦੇ DGP ਤੇ ਹੋਰ ਕਈ ਅਹੁਦੇਦਾਰ ਜਿਹੜੇ ਆ ਉਹ ਬਹਿਬਲ ਕਲਾਂ ਗੋਲੀ ਕਾਂਡ, ਬੇਅਦਬੀ ਕਾਂਡ ਤੇ ਜਿਹੜੀ ਨਸ਼ਿਆਂ ਦੀ ਜਾਂਚ ਹੈ ਉਹਦੇ ਵਿੱਚ ਪ੍ਰੋਪਰ ਕੰਮ ਨਹੀਂ ਕਰ ਰਹੇ, ਤੇ ਫਿਰ ਉਦੋਂ ਅਫਸਰਾਂ ਤੋਂ ਕੰਮ ਕੌਣ ਲੈ ਰਿਹਾ ਸੀ? ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ TV ਤੇ ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। ਅੱਜ ਦੇ ਪ੍ਰੋਗਰਾਮ 'ਚ ਗੱਲ ਕਰਾਂਗੇ ਬਿਜਲੀ ਦੇ ਵੱਡੇ ਕੱਟਾਂ ਨੂੰ ਲੈ ਕੇ ਪੈ ਰਹੇ ਰੌਲੇ ਦੀ, ਤੇ ਜਿਹੜੇ ਪੁਰਾਣੇ ਹੋ ਗਏ ਨੇ ਲੀਡਰ ਹੁਣ ਉਹਨਾਂ ਦਾ ਸਿਆਸੀ ਭਵਿੱਖ ਕੀ ਹੈ ਇਹ ਵੀ ਤੁਹਾਨੂੰ ਦੱਸਦੇ ਹਾਂ। ਤੇ ਇਸ ਤੋਂ ਇਲਾਵਾ ਗੱਲ ਕਰਾਂਗੇ ਵਿਧਾਨ ਸਭਾ ਦੇ ਵਿੱਚ ਜਿਹੜੀਆਂ ਭਰਤੀਆਂ ਨੂੰ ਲੈ ਕੇ ਘਪਲਾ ਹੋਇਆ, ਉਹਦੇ ਵਿੱਚ ਕੀ ਕੁਝ ਨਵਾਂ ਨਿਕਲ ਕੇ ਬਾਹਰ ਆਇਆ। ਹੋਰ ਵੀ ਕਈ ਮੁੱਦੇ ਨੇ ਜਿਹੜੇ ਅਸੀਂ ਅੱਜ ਡਿਸਕਸ ਕਰਨੇ ਨੇ ਤੇ ਸਟੂਡੀਓ 'ਚ ਮੇਰੇ ਨਾਲ ਐਜ਼ ਐਨ ਐਕਸਪਰਟ ਮੌਜੂਦ ਨੇ ਕੁਲਦੀਪ ਸਿੰਘ ਹੀਰ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਕੁਲਦੀਪ ਜੀ। ਅੱਜ ਦੀ ਸਭ ਤੋਂ ਵੱਡੀ ਖਬਰ ਤੋਂ ਸ਼ੁਰੂਆਤ ਕਰਦੇ ਹਾਂ। ਪਟਿਆਲੇ ਦੇ ਵਿੱਚ ਬਵਾਲ ਮਚਿਆ ਹੋਇਆ ਤੇ ਪੰਜਾਬ ਦੇ ਇੱਕ ਖਰਾਬ ਮਾਹੌਲ ਦੀ ਜਿਹੜੀ ਤਸਵੀਰ ਹੈ ਉਹ ਦੁਨੀਆ ਦੇ ਅੱਗੇ ਜਾ ਰਹੀ ਹੈ। ਸਵਾਲ ਮੇਰਾ ਇਹ ਹੈ ਕਿ ਇਹ ਮਾਹੌਲ ਜਿਹੜਾ ਆ, ਇਹ ਸਥਿਤੀ ਉਤਪੰਨ ਕਿੱਦਾਂ ਹੋਈ ਹੈ? ਗੱਲ ਇਹ ਸਵਲੀਨ ਕਿ ਜਦੋਂ ਪੰਜਾਬ ਦੇ ਵਿੱਚ ਹਾਲਾਤ ਮਾੜੇ ਸਨ ਤੇ ਜਿਨ੍ਹਾਂ ਲੋਕਾਂ ਨੇ ਆਪਣੇ ਪਿੰਡੇ ਤੇ ਸਭ ਕੁਝ ਹੰਢਾਇਆ ਹੋਇਆ, ਉਹ ਇਸ ਚੀਜ਼ ਦੀ ਨਜ਼ਾਕਤ ਨੂੰ ਤੇ ਇਸ ਦੀ ਸੀਰੀਅਸਨੈਸ ਨੂੰ ਸਮਝਦੇ ਨੇ ਕਿ ਕਿੰਨੀ ਭੈੜੀ ਇਹ ਗੱਲ ਹੋ ਸਕਦੀ ਹੈ ਕਿ ਦੋ ਫਿਰਕੇ ਆਪਸ ਵਿੱਚ ਕਿਸੇ ਇੱਕ ਗੱਲ ਤੋਂ ਭਿੜ ਪੈਣ। ਅਸਲ ਵਿੱਚ ਰਾਜਨੀਤਿਕ ਰੋਟੀਆਂ ਸੇਕਣਾ ਤੇ ਕੁਛ ਇੱਕ ਲੋਕਾਂ ਦੁਆਰਾ ਸ਼ਾਂਤੀ ਦੇ ਮਾਹੌਲ ਨੂੰ ਬਰਦਾਸ਼ਤ ਨਾ ਕਰਨਾ, ਇਹ ਸੁਭਾਅ ਜਿਹਾ ਬਣ ਗਿਆ ਤੇ ਉਹ ਕੋਈ ਨਾ ਕੋਈ ਬਖੇੜਾ ਖੜਾ ਕਰਦੇ ਰਹਿੰਦੇ ਨੇ। ਹੁਣ ਮੈਂ ਇੱਥੇ ਬੈਠ ਕੇ ਇਹਨੂੰ ਕੋਈ ਧਾਰਮਿਕ ਰੰਗਤ ਦੇਵਾਂ ਤੇ ਉਹ ਵੀ ਇਸ ਨੂੰ ਹਵਾ ਦੇਣ ਵਾਲੀ ਗੱਲ ਹੋਵੇਗੀ, ਜਦ ਕਿ ਅਜਿਹਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਇਹ ਸਾਡੇ ਲੋਕਾਂ ਦਾ ਹੀ ਕਸੂਰ ਹੈ
ਤੇ ਸਰਕਾਰਾਂ ਦਾ ਵੀ ਕਸੂਰ ਹੈ ਕਿ ਇਸ ਤਰ੍ਹਾਂ ਦੀ ਬੁਰਾਈ ਨੂੰ ਸ਼ੁਰੂ ਦੇ ਵਿੱਚ ਕਿਉਂ ਨਹੀਂ ਦੱਬਿਆ ਜਾਂਦਾ। ਅਸਲ ਵਿੱਚ ਤੇ ਗੱਲ ਸਾਨੂੰ ਇਸੇ ਗੱਲ ਦਾ ਹੀ ਹੈ ਪਤਾ ਕਿ ਖਾਲਿਸਤਾਨ ਮੁਰਦਾਬਾਦ ਮਾਰਚ ਜਿਹੜਾ ਹੈ ਸ਼ਿਵ ਸੈਨਾ ਠਾਕਰੇ ਬਾਲ ਠਾਕਰੇ ਗਰੁੱਪ ਨੇ ਜਿਹੜਾ ਸੀ, ਇੱਕ ਤਾਂ ਸ਼ਿਵ ਸੈਨਾ ਦੇ ਬਹੁਤ ਹਿੱਸੇ ਹੋ ਗਏ ਨੇ ਬਾਅਦ ਵਿੱਚ, ਬਾਲ ਠਾਕਰੇ ਤੋਂ ਬਾਅਦ ਰਾਜ ਠਾਕਰੇ ਆਪਣੇ ਪਾਸੇ ਹੋ ਗਏ ਨੇ, ਉਧਮ ਠਾਕਰੇ ਆਪਣੀ ਪਾਰਟੀ ਲੈ ਕੇ ਬੈਠੇ ਹੋਏ ਨੇ ਜੋ ਇਸ ਵੇਲੇ ਮੁੱਖ ਮੰਤਰੀ ਨੇ। ਹੁਣ ਗੱਲ ਇਹ ਹੈ ਕਿ ਉਹ ਕੁਛ ਏਜੰਡਾ ਤੇ ਹੈ, ਪਰ ਹੈ ਤੇ ਧਰਮ ਦੇ ਨਾਲ ਹੀ ਸੰਬੰਧਿਤ ਗੱਲ ਨਾ ਜੀ। ਖਾਲਿਸਤਾਨ ਦੇ ਮੁੱਦੇ ਤੇ ਜਦੋਂ ਕਿਸੇ ਵੱਲੋਂ ਕੋਈ ਸਟੈਂਡ ਲਿਆ ਜਾਂਦਾ, ਸਰਕਾਰਾਂ ਦਾ ਸਟੈਂਡ ਕਲੀਅਰ ਹੈ, ਸਾਡੀਆਂ ਰਾਜਸੀ ਪਾਰਟੀਆਂ ਦਾ ਵੀ ਕਲੀਅਰ ਹੈ, ਤੇ ਫਿਰ ਵਿੱਚ ਕੋਈ ਇਸ ਤਰ੍ਹਾਂ ਦਾ ਉੱਠ ਪੈਂਦਾ ਹੈ ਜਿਹੜਾ ਇਸ ਗੱਲ ਨੂੰ ਹਵਾ ਦਿੰਦਾ ਹੈ। ਹੁਣ ਕਿਸੇ ਵੱਲੋਂ ਵਿਦੇਸ਼ ਵਿੱਚ ਬੈਠ ਕੇ ਗੁਰਪਤਵੰਤ ਪੰਨੂ ਹੋਵੇ, SFJ ਨਾਂ ਦੀ ਉਹਨਾਂ ਦੀ ਸੰਸਥਾ ਹੈ ਜਿਹਦੇ ਆਪਣੇ ਬਾਰੇ ਡਾਊਟਸ ਨੇ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ, ਉਹ ਕਿਹਦੇ ਬਿਹਾਫ ਤੇ ਕੰਮ ਕਰ ਰਹੀ ਹੈ, ਕਿਵੇਂ ਹੈ, ਤੇ ਜਿਹੜੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਗਰੁੱਪ ਹੈ ਜਿਹੜੇ ਕਿ ਬੇਸਿਕਲੀ ਖਾਲਿਸਤਾਨ ਦੀ ਹਮਾਇਤ ਵੀ ਕਰਦੇ ਨੇ, ਉਹ ਵੀ ਤੇ ਉਹਨਾਂ ਨੂੰ ਮਾੜਾ ਹੀ ਆਖਦੇ ਨੇ। ਉਹਨਾਂ ਦੀ ਆਪਸ ਵਿੱਚ ਵੀ ਜਿਹੜੀ ਇੱਕ ਸੁਰ ਨਹੀਂ ਹੈ। ਹੁਣ ਉਹਨਾਂ ਵੱਲੋਂ ਕਹਿ ਦੇਣਾ ਕਿ ਫਲਾਂ ਦਿਨ ਜਾ ਕੇ ਜਾਂ ਇਸ ਮੌਕੇ ਤੇ ਇਸ ਜਗ੍ਹਾ ਤੇ ਕੋਈ ਝੰਡਾ ਲਾ ਦੇਵੇਗਾ, ਜਿਵੇਂ ਕਿ ਲਾਲ ਕਿਲੇ ਤੇ ਹੋਇਆ ਸੀ, DC ਦਫ਼ਤਰ ਦੇ ਬਾਹਰ ਖਾਲਿਸਤਾਨ ਦਾ ਝੰਡਾ ਲਾ ਦੇਵੇਗਾ, ਅਸੀਂ ਉਸ ਨੂੰ ਆਹ ਦੇਵਾਂਗੇ, ਉਸ ਨੂੰ ਆਹ ਕਰਾਂਗੇ। ਸਾਡੇ ਕੁਝ ਨੌਜਵਾਨ ਜਿਹੜੇ ਨੇ ਇਹੋ ਜਿਹੀਆਂ ਗੱਲਾਂ ਵਿੱਚ ਆ ਜਾਂਦੇ ਨੇ। ਠੀਕ ਹੈ, ਭਾਵਨਾਵਾਂ ਕਿਸੇ ਦੀਆਂ ਕੁਝ ਵੀ ਹੋ ਸਕਦੀਆਂ ਨੇ, ਅਸੀਂ ਕਿਸੇ ਨੂੰ ਇਹ ਕੁਝ ਨਹੀਂ ਆਖਦੇ, ਪਰ ਕਿਸੇ ਦੀ ਗੱਲ ਵਿੱਚ ਤੇ ਨਹੀਂ ਨਾ ਆਉਣਾ ਚਾਹੀਦਾ। ਸ਼ਿਵ ਸੈਨਾ ਦੀ ਜਿਹੜੀ ਗੱਲ ਹੈ, ਮੈਂ ਸਮਝਦਾ ਕਿ ਸ਼ਿਵ ਸੈਨਾ ਨੇ ਜਦੋਂ ਇਹ ਕਾਲ ਦਿੱਤੀ ਸੀ, ਜਦ ਆਮ ਮਾਸਿਸ ਜਿਹੜੇ ਲੋਕ ਨੇ ਪੰਜਾਬ ਦੇ, ਅਜੇ ਕੱਲ੍ਹ ਤਾਂ ਇੱਥੇ ਵੋਟਾਂ ਪੈ ਕੇ ਹਟੀਆਂ ਨੇ, ਲੋਕਤੰਤਰਿਕ ਪ੍ਰਕਿਰਿਆ ਅਮਨ ਸ਼ਾਂਤੀ ਨਾਲ ਮੁਕੰਮਲ ਹੋਈ ਹੈ। ਸਵਲੀਨ, ਮੈਂ ਬੜੇ ਮਾਣ ਨਾਲ ਇਹ ਗੱਲ ਕਹਿ ਸਕਦਾ ਹਾਂ ਕਿ ਪੰਜਾਬ ਉਹਨਾਂ ਸੂਬਿਆਂ ਦੇ ਵਿੱਚੋਂ ਹੈ ਜਿੱਥੇ ਬਿਲਕੁਲ ਸ਼ਾਂਤੀ ਨਾਲ ਵੋਟਾਂ ਹੁੰਦੀਆਂ ਨੇ ਜੀ। ਤੁਸੀਂ ਫਿਲਮਾਂ ਦੇ ਵਿੱਚ ਜਿਹੜੇ ਸੀਨ ਦੇਖੇ ਹੁੰਦੇ ਨੇ ਕਿ ਵੋਟਾਂ ਵਿੱਚ ਕਿਵੇਂ ਧੱਕੇਸ਼ਾਹੀ ਹੁੰਦੀ ਹੈ ਤੇ ਕਿਵੇਂ ਧੱਕਾ ਕੀਤਾ ਜਾਂਦਾ ਹੈ, ਉਹ ਗੁੰਡਾਗਰਦੀ ਜਿਹੜੀ ਨੰਗਾ ਨਾਚ ਨੱਚਦੀ ਹੈ, ਉਹ ਅੱਜ ਵੀ ਪੰਜਾਬ, ਭਾਰਤ ਦੀਆਂ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਹੁੰਦਾ ਹੈ। ਪੰਜਾਬ ਐਕਸੈਪਸ਼ਨ ਹੈ। ਪੰਜਾਬ ਦੇ ਵਿੱਚ ਜੁਝਾਰੂ ਲੋਕ ਨੇ, ਪਰ ਇਸ ਤਰ੍ਹਾਂ ਖਾਮ-ਖਾ ਜੇ ਕਾਮਾਰੌਲੀ ਜੀ ਪਾਉਣ ਵਾਲੇ ਨਹੀਂ ਨੇ। ਇਸ ਗੱਲ ਨੂੰ ਸਮਝਣਾ ਪੈਣਾ ਸਾਨੂੰ। ਪੰਜਾਬ ਵਾਲੇ ਓਵਰਆਲ ਸ਼ਾਂਤੀ ਪਸੰਦ ਲੋਕ ਨੇ। ਜੇ ਦਿੱਲੀ ਵਿੱਚ ਕੋਈ ਘਟਨਾ ਹੋਈ ਹੈ ਤੇ ਉਸ ਤੋਂ ਵੀ ਸਾਡੀਆਂ ਸੰਸਥਾਵਾਂ ਨੇ, ਸਾਡੀਆਂ ਕਿਸਾਨ ਜਥੇਬੰਦੀਆਂ ਨੇ ਉਸ ਤੋਂ ਇੱਕ ਪਾਸਾ ਕਿਨਾਰਾ ਕਰ ਲਿਆ ਕਿ ਭਾਈ ਇਹਨਾਂ ਨਾਲ ਸਾਡਾ ਸੰਬੰਧ ਨਹੀਂ ਹੈ, ਅਸੀਂ ਇਹਨਾਂ ਨਾਲ ਸੰਬੰਧਿਤ ਨਹੀਂ। ਸ਼ਾਂਤਮਈ ਮੋਰਚੇ ਨੇ ਕੀ ਸਾਬਤ ਕੀਤਾ ਹੈ ਦੁਨੀਆ ਨੂੰ? ਇੰਨਾ ਲੰਬਾ ਸਮਾਂ ਮੋਰਚਾ ਚੱਲਿਆ ਔਰ ਉਸ ਵਿੱਚੋਂ ਸਰਕਾਰਾਂ ਜ਼ੋਰ ਲਾ ਕੇ ਵੀ ਉਸ ਦੇ ਵਿੱਚ ਕੋਈ ਇੱਕ ਕਿਣਕੇ ਭਰ ਦੀ ਚੀਜ਼ ਨਹੀਂ ਲੱਭ ਸਕੀਆਂ ਜਿਸ ਦੇ ਨਾਲ ਜਿਹੜਾ ਹੈ ਮੋਰਚੇ ਦੀ ਸਫਬੰਦੀ ਦੇ ਵਿੱਚ ਕੋਈ ਫਰਕ ਪਾਇਆ ਜਾ ਸਕੇ। ਭਾਵੇਂ ਬੇਅਦਬੀ ਜਾਂ ਹੋਰ ਸਾਰੀਆਂ ਗੱਲਾਂ ਹੋਈਆਂ ਹੋਣਗੀਆਂ, ਉਹ ਸਾਰੀਆਂ ਨੂੰ ਸਾਈਡ ਲਾਈਨ ਕਰਕੇ ਆਪਣੀ ਇੱਕ ਲੈ ਤੇ ਚੱਲਦੇ ਰਹੇ ਨੇ ਜਿਹੜੀ ਮੈਜੋਰਿਟੀ ਲੋਕ ਦੀ। ਫਿਰ ਇਹ ਗੱਲ ਉਠਾਉਣ ਵਾਲੇ ਕੌਣ ਲੋਕ ਨੇ? ਕਿਉਂ ਉਹਨਾਂ ਨੂੰ ਇਜਾਜ਼ਤ ਦਿੱਤੀ ਗਈ ਇਸ ਪੱਧਰ ਤੱਕ ਦੀ ਕਿ ਉਹ ਜਿਹੜਾ ਸੀ ਉਹ ਖਾਲਿਸਤਾਨ ਮੁਰਦਾਬਾਦ ਮਾਰਚ ਦੇ ਉਹ ਆਪਣੀ ਪਲੈਨਿੰਗ ਦੇ ਹਿਸਾਬ ਨਾਲ ਕਾਲੀ ਮਾਤਾ ਦੇ ਮੰਦਿਰ ਦੇ ਸਾਹਮਣੇ ਪਹੁੰਚ ਗਏ। ਜੇ ਮੈਂ ਗਲਤ ਨਹੀਂ ਤੇ ਕਾਲੀ ਮਾਤਾ ਦਾ ਮੰਦਿਰ ਜਿਹੜਾ ਮਹਾਰਾਜਾ ਪਟਿਆਲਾ ਨੇ ਕਿਸੇ ਸਮੇਂ ਤੇ ਬਣਵਾਇਆ ਸੀ ਤੇ ਅੱਜ ਵੀ ਉੱਥੇ ਦਾਰੂ ਤੇ ਮੀਟ ਜਿਹੜੀ ਹੈ ਚੜਾਈ ਜਾਂਦੀ ਹੈ। ਇਸੇ ਤਰ੍ਹਾਂ ਉਹ ਇਕੱਠੇ ਹੋ ਗਏ ਉੱਥੇ ਹਿੰਦੂ ਜਥੇਬੰਦੀਆਂ ਜਾਂ ਸ਼ਿਵ ਸੈਨਾ ਵਾਲੇ ਤੇ ਕੁਝ ਸਿੱਖਾਂ ਦੀਆਂ ਜਥੇਬੰਦੀਆਂ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਕੁਝ ਨਿਹੰਗ ਜਥੇਬੰਦੀਆਂ, ਉਹ ਪਹੁੰਚ ਗਏ ਦੁੱਖ ਨਿਵਾਰਨ ਸਾਹਿਬ ਪਟਿਆਲੇ ਤੇ ਪਹੁੰਚ ਕੇ ਸਾਰੇ ਦੋਨਾਂ ਨੇ ਪਲਾਨ ਬਣਾਇਆ ਤੇ ਇੱਕ ਦੂਸਰੇ ਤੇ ਪਥਰਾਅ ਹੋਇਆ। ਅਗਲੀ ਗੱਲ ਸਾਰਿਆਂ ਨੂੰ ਪਤਾ ਹੈ, ਪੁਲਿਸ ਨੇ ਇਨਵੋਲਵਮੈਂਟ ਕੀਤੀ ਆ ਤੇ ਹਵਾਈ ਫਾਇਰਿੰਗ ਹੋਈ ਆ। ਮੈਂ ਸ਼ੁਕਰ ਇਸ ਗੱਲ ਦਾ ਕਰਦਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਅੱਗੇ ਤੋਂ ਸਾਨੂੰ ਸਮੱਤ ਵਰਤਣ ਦੀ ਲੋੜ ਹੈ। ਇਹ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਕਿਸੇ ਕਿਸਮ ਦੀ ਇਸ ਤਰ੍ਹਾਂ ਦੀ ਭੜਕਾਊ ਕਾਲ ਦਿੰਦੀਆਂ ਨੇ ਜਿਸ ਨਾਲ ਸਾਡੀ ਅਮਨ ਤੇ ਸ਼ਾਂਤੀ ਨੂੰ ਫਰਕ ਪੈ ਸਕਦਾ ਹੈ, ਸਰਕਾਰਾਂ ਨੂੰ ਚਾਹੀਦਾ ਕਿ ਇਸ ਨੂੰ ਪਹਿਲਾਂ ਨੱਥ ਪਾਉਣ ਕਿ ਭਾਈ ਸਾਨੂੰ ਇਸ ਤਰ੍ਹਾਂ ਦੇ ਮਾਰਚ ਦੀ ਲੋੜ ਨਹੀਂ ਹੈ। ਅਸੀਂ ਲੋਕਤੰਤਰਿਕ ਪ੍ਰਕਿਰਿਆ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਹਾਂ। ਅਜੇ ਕੱਲ੍ਹ ਤੇ ਵੋਟਾਂ ਪਈਆਂ ਨੇ ਤੇ ਅਸੀਂ ਆਪਣੀ ਚੁਣੀ ਹੋਈ ਸਰਕਾਰ ਬਿਠਾਈ ਹੈ। 24 ਵਿੱਚ ਲੋਕ ਸਭਾ ਵੀ ਹੋਣੀਆਂ ਨੇ, ਉਦੋਂ ਵੀ ਦੇਖ ਲਿਓ ਤੁਸੀਂ ਗੱਲ। ਫਿਕਰ ਜੇ ਮਾਰਚ ਕੱਢਣੇ ਤੇ ਜੰਮੂ ਕਸ਼ਮੀਰ 'ਚ ਜਾ ਕੇ ਕੱਢ ਲਓ। ਹੋਰ ਜਿਹੜੀਆਂ ਈਸਟਰਨ ਸਟੇਟਸ ਨੇ ਜਿੱਥੇ ਰੌਲਾ ਪਿਆ ਹੋਇਆ ਹੈ ਵਖਰੇਵੇਂ ਦਾ, ਉੱਥੇ ਕੱਢੋ। ਅਰੁਣਾਚਲ ਪ੍ਰਦੇਸ਼ ਜਾਓ, ਚੀਨ ਨਾਲ ਪੰਗਾ ਲਓ ਜੇ ਇਹੋ ਕੁਛ ਹੀ ਕਰਨਾ ਹੈ ਤੁਸੀਂ। ਪਰ ਮੈਂ ਸਮਝਦਾ ਕਿ ਪੰਜਾਬ ਦੀ ਸ਼ਾਂਤੀ ਇੰਨੀ ਸੌਖੀ ਤੇ ਸਸਤੀ ਨਹੀਂ ਵਿਗੜਨੀ। ਹੁਣ ਇਹ ਲੋਕਾਂ ਨੂੰ ਇਸ ਗੱਲ ਤੇ ਯਕੀਨ ਕਰ ਲੈਣਾ ਚਾਹੀਦਾ ਹੈ। ਔਰ ਪਹਿਲਾ ਕਸੂਰ ਇਸ ਮਾਮਲੇ ਦੇ ਵਿੱਚ ਉਸ ਜਥੇਬੰਦੀ ਦਾ ਹੈ ਜਿਨ੍ਹਾਂ ਨੇ ਇਸ ਮੁਰਦਾਬਾਦ ਮਾਰਚ ਦੀ ਕਾਲ ਦਿੱਤੀ ਹੈ। ਫਿਰ ਉਸ ਨੂੰ ਅਜੇ ਤੱਕ ਸਰਕਾਰਾਂ ਨੇ ਇਹ ਕਿਉਂ ਨਹੀਂ ਕਿਹਾ ਕਿ ਅਸੀਂ ਇਸ ਨੂੰ ਜਿਹੜਾ ਸੀ ਰੋਕਾਂਗੇ ਤੇ ਰੋਕਣ ਦਾ ਯਤਨ ਕਰਾਂਗੇ। ਉਸੇ ਦੇ ਵਿੱਚ ਫਿਰ ਕਿਸੇ ਨਾ ਕਿਸੇ ਨੇ ਤਾਂ ਰੋਕਣ ਜਾਣਾ ਹੀ ਸੀ। ਬਾਅਦ ਵਿੱਚ ਵੀ ਤਾਂ ਪੁਲਿਸ ਗਈ ਹੈ। ਉਹ ਜੇ ਪਹਿਲਾਂ ਉਸ ਨੂੰ ਰੋਕਥਾਮ ਕੀਤੀ ਜਾਂਦੀ ਤਾਂ ਬਹੁਤ ਵਧੀਆ ਗੱਲ ਸੀ। ਤੇ ਕੁਲਦੀਪ ਜੀ, ਇੱਕ ਵੱਡੀ ਖਬਰ ਕਹਿ ਕੇ ਅੱਜ ਖਬਰ ਚੱਲੀ ਪਈ SHO ਦਾ ਹੱਥ ਵੱਢਿਆ ਗਿਆ, ਉਸ ਖਬਰ 'ਚ ਕਿੰਨੀ ਕੁ ਸੱਚਾਈ ਹੈ? ਸਵਲੀਨ, ਮੈਂ ਆਪਣੇ ਆਪ ਨੂੰ ਇਸੇ ਹੀ ਸਿਸਟਮ ਦੇ ਤਹਿਤ ਹੁੰਦੇ ਹੋਏ, ਮੀਡੀਆ ਦਾ ਪਾਰਟ ਹੁੰਦੇ ਹੋਏ, ਵੈਬ ਚੈਨਲਸ, ਸੋਸ਼ਲ ਮੀਡੀਆ ਦੇ ਜਿਹੜੇ ਆਊਟਲੈਟਸ ਨੇ ਉਹਨਾਂ ਦੇ ਪਾਰਟ ਹੁੰਦੇ ਹੋਏ ਮੈਂ ਇਹ ਬੜੇ ਹਲੀਮੀ ਨਾਲ ਇਹ ਗੱਲ ਕਹਿ ਸਕਦਾ ਕਿ
ਸਾਡੀ ਜਿਹੜੀ ਪੰਜਾਬੀ ਹੈ ਜੋ ਮੈਂ ਇਸ ਵੇਲੇ ਬੋਲ ਰਿਹਾ ਜਾਂ ਸਾਡੇ ਚੈਨਲ ਦੇ ਥਰੂ ਜਿਹੜੀ ਦਰਸ਼ਕਾਂ ਤੱਕ ਜਾਂਦੀ ਹੈ, ਠੀਕ ਠਾਕ ਜਿਹੀ ਕੋਸ਼ਿਸ਼ ਕਰਕੇ ਅਸੀਂ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਸਾਡੀ ਯੋਗਤਾ ਪੰਜਾਬੀ ਦੀ ਦੇਖਣੀ ਹੋਵੇ ਤਾਂ ਸ਼ਾਇਦ ਸਾਨੂੰ ਕੋਈ ਪ੍ਰਾਇਮਰੀ ਦਾ ਪੰਜਾਬੀ ਦਾ ਅਧਿਆਪਕ ਵੀ ਜਿਹੜਾ ਹੈ ਸਾਡੀਆਂ ਚੀਕਾਂ ਕਢਾ ਦੇਵੇ ਕਿ ਤੁਸੀਂ ਕੌਣ ਹੋ ਪੰਜਾਬੀ ਵਧੀਆ ਬੋਲਣ ਵਾਲੇ ਤੇ ਪੰਜਾਬੀ ਦੀ ਗੱਲ ਕਰਨ ਵਾਲੇ। ਪਰ ਇਸ ਵੇਲੇ ਹਾਲਤ ਇਹ ਹੋਈ ਪਈ ਹੈ, ਪੰਜਾਬ ਦੇ ਮੈਂ ਨਾਮ ਤੇ ਨਹੀਂ ਲਵਾਂਗਾ, ਕੁਝ ਮੀਡੀਆ ਆਊਟਲੈਟਸ ਇਹੋ ਜਿਹੇ ਨੇ ਮੰਨੇ ਪਰਮੰਨੇ, ਉਹਨਾਂ ਦੇ ਉੱਪਰ ਸਾਰਾ ਦਿਨ ਪਿਛਲੇ ਕਈ ਸਾਲਾਂ ਤੋਂ ਸਾਰਾ ਦਿਨ ਸਾਰੀ ਰਾਤ ਅਖਬਾਰਾਂ ਵੀ ਟੀਵੀ ਦੇ ਉੱਪਰ ਵੀ ਗਲਤ ਪੰਜਾਬੀ ਗਲਤ ਲਫ਼ਜ਼ ਜਿਨ੍ਹਾਂ ਦਾ ਅਰਥ ਹੋਰ ਦਾ ਹੋਰ ਨਿਕਲ ਜਾਂਦਾ, ਉਹ ਸਾਰਾ ਦਿਨ ਪ੍ਰਸਾਰਿਤ ਹੁੰਦੇ ਨੇ ਤੇ ਪ੍ਰਕਾਸ਼ਿਤ ਹੁੰਦੇ ਨੇ। ਇਸੇ ਤਰ੍ਹਾਂ ਹੀ ਅੱਜ ਇਹ ਖਬਰ ਆ ਗਈ ਕਿ ਇੱਕ SHO ਦਾ ਗੁੱਟ ਵੱਢ ਦਿੱਤਾ ਗਿਆ। ਹੁਣ ਇਹ ਵੀ ਆਪਣੇ ਆਪ ਦੇ ਵਿੱਚ ਭੜਕਾਉਣ ਵਾਲੀ ਖਬਰ ਹੈ, ਇਹਨੂੰ ਜਰਾ ਗੌਰ ਨਾਲ ਸੁਣੋ ਤੁਸੀਂ। ਉਹ ਜਿਸ ਅਦਾਰੇ ਦਾ ਮੈਂ ਜੇ ਹੁਣ ਨਾਮ ਲੈ ਦੇਵਾਂ ਤਾਂ ਫਿਰ ਤੁਹਾਨੂੰ ਕਲੀਅਰਲੀ ਪਤਾ ਲੱਗ ਜਾਵੇਗਾ ਕਿ ਉਹਨਾਂ ਨੇ ਇਹ ਜਿਹੜਾ ਲਿਖਿਆ ਹੈ ਤੇ ਫਿਰ ਉਹਨਾਂ ਦਾ ਪੁਰਾਣਾ ਰਿਕਾਰਡ ਕੀ ਹੈ। ਮੈਨੂੰ ਇਹ ਕਹਿਣ ਵਿੱਚ ਕੋਈ ਗੁਰੇਜ਼ ਨਹੀਂ। ਹੁਣ SHO ਦਾ ਗੁੱਟ ਵੱਢਿਆ ਗਿਆ। ਅਸਲ ਵਿੱਚ ਇੱਕ SHO ਨਹੀਂ ਹੈ, 2 ਸਟਾਰ ਵਾਲੇ ਆਫੀਸਰ ਨੇ, ਉਹਨਾਂ ਦੇ ਹੱਥ ਤੇ ਸੱਟ ਲੱਗੀ ਹੋਈ ਹੈ, ਵੇਖਿਆ ਜਾ ਸਕਦਾ। ਪਰ ਇਹ ਇਸੇ ਤਰ੍ਹਾਂ ਇੱਕ ASI ਦਾ ਗੁੱਟ ਜਿਹੜਾ ਸੀ ਕਰੋਨਾ ਕਾਲ ਦੇ ਵਿੱਚ ਵੱਢਿਆ ਗਿਆ ਸੀ। ਤੁਹਾਨੂੰ ਪਤਾ ਹੋਣਾ ਚਾਹੀਦਾ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤੇ ਉਹ ਉਹਨਾਂ ਨਾਕਾ ਲਾਇਆ ਹੋਇਆ ਸੀ ਸਬਜ਼ੀ ਮੰਡੀ ਵਿੱਚ। ਉੱਥੇ ਨਿਹੰਗ ਸਿੰਘਾਂ ਦੇ ਇੱਕ ਗਰੁੱਪ ਦੇ ਨਾਲ ਉਹਨਾਂ ਦਾ ਝਗੜਾ ਹੋ ਗਿਆ ਤੇ ਉਸ ਦੇ ਵਿੱਚ ਕਿਰਪਾਨ ਮਾਰੀ ਤੇ ਗੁੱਟ ਉਹ ਨਾਲੋਂ ਅਲੱਗ ਕਰ ਦਿੱਤਾ ਸੀ। ਉਹ ਇੱਕ ਘਟਨਾ ਹੋਈ ਸੀ ਤੇ ਲੋਕਾਂ ਨੇ ਸਾਥ ਦਿੱਤਾ ਉਸ ਵੇਲੇ ਪੁਲਿਸ ਅਫਸਰ ਦਾ। ਠੀਕ ਹੈ, ਕੁਝ ਦੂਸਰੇ ਪਾਸੇ ਵੀ ਹੋਣਗੇ, ਪਰ ਸਰਕਾਰਾਂ ਨੇ ਤੇ ਹੋਰ ਸਾਰਿਆਂ ਨੇ ਉਸ ਗੱਲ ਨੂੰ ਕਲੀਅਰ ਕੀਤਾ। ਅੱਜ ਦੀ ਇਸ ਗੱਲ ਨੂੰ ਜਿਹੜੇ ਪਟਿਆਲੇ ਦੇ ਡਿਪਟੀ ਕਮਿਸ਼ਨਰ ਵੱਲੋਂ ਬੀਬੀ ਜੀ ਵੱਲੋਂ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਗੱਲ ਤੇ ਯਕੀਨ ਨਾ ਕਰਿਓ ਤੇ ਵੈਬ ਚੈਨਲ ਜਿਹੜੇ ਇਸ ਤਰ੍ਹਾਂ ਦੀਆਂ ਭੜਕਾਊ ਖਬਰਾਂ ਦਿੰਦੇ ਨੇ ਉਹ ਸਾਵਧਾਨ ਰਹਿਣ। ਮੈਂ ਸਮਝਦਾ ਕਿ ਇੱਕ ਤਕੜੀ ਵਾਰਨਿੰਗ ਜਿਹੜੀ ਜਾਂ ਉਹਨਾਂ ਕੋਲੋਂ ਘੱਟੋ ਘੱਟ ਕਲੈਰੀਫਿਕੇਸ਼ਨ ਜ਼ਰੂਰ ਲੈਣੀ ਚਾਹੀਦੀ ਹੈ, ਮੁਆਫੀ ਮੰਗਵਾਉਣੀ ਚਾਹੀਦੀ ਹੈ ਕਿ ਤੁਸੀਂ ਇਹ ਗੱਲ ਕਿਸ ਬਿਹਾਵ ਤੇ ਕੀਤੀ ਹੈ। ਸਿਰਫ ਆਪਣੇ ਵਿਊਜ਼ ਜਾਂ ਲੋਕਾਂ ਨੂੰ ਭੜਕਾਉਣ ਹਿੱਤ ਇਹ ਜਿਹੜੀ ਖਬਰ ਦਿੱਤੀ ਗਈ ਹੈ, ਇਸ ਦਾ ਕੋਈ ਨਾ ਕੋਈ ਜਿਹੜੀ ਹੈ ਜ਼ਿੰਮੇਵਾਰੀ ਲੈਣੀ ਬਣਦੀ ਹੈ, ਰਿਸਪੌਂਸਿਬਿਲਿਟੀ ਉਹਨਾਂ ਨੂੰ ਲੈਣੀ ਚਾਹੀਦੀ ਹੈ। ਮੈਂ ਇਹਨੂੰ ਛੋਟੀ ਘਟਨਾ ਨਹੀਂ ਸਮਝਦਾ। ਇਹ ਕਿਸੇ ਹਾਦਸੇ ਦੀ ਰਿਪੋਰਟਿੰਗ ਨਹੀਂ ਸੀ ਹੋ ਰਹੀ ਕਿ ਚਲੋ ਗਲਤੀ ਨਾਲ ਕਹਿ ਹੋ ਗਿਆ ਕਿ 5 ਮੌਤਾਂ ਹੋ ਗਈਆਂ ਨੇ, ਅਸਲ ਵਿੱਚ 2 ਸੀ। ਇਹ ਇੱਕ SHO ਦਾ ਗੁੱਟ ਵੱਢ ਦਿੱਤਾ ਗਿਆ। ਤੁਸੀਂ ਕਿਵੇਂ ਫੈਸਲਾ ਕਰ ਲਿਆ ਕਿ SHO ਆ ਗੁੱਟ ਨਾਲੋਂ ਲੱਥਣਾ ਹੋ ਰਿਹਾ, ਕਿਸੇ ਦਾ ਹੱਥ ਜ਼ਖਮੀ ਹੋ ਜਾਣਾ ਦੂਸਰੀ ਗੱਲ ਹੈ। ਉਹ ਤੇ ਕਾਰਵਾਈ ਹੋਵੇਗੀ, ਜਿਹੜੇ ਫੜੇ ਜਾਣਗੇ ਉੱਥੇ ਉਹਨਾਂ ਤੇ ਜਿਨ੍ਹਾਂ ਨੇ ਕੀਤਾ ਹੋਏਗਾ ਹਮਲਾ। 2 ਹੋਰ ਨੌਜਵਾਨ, ਇੱਕ ਹਿੰਦੂ ਇੱਕ ਸਿੱਖ ਵੀ ਜ਼ਖਮੀ ਹੋਏ ਨੇ, ਕਿਸੇ ਤੇ ਕਿਤੇ ਸੱਟਾਂ ਲੱਗੀਆਂ ਨੇ, ਪੱਥਰਬਾਜ਼ੀ ਚੱਲੀ ਹੈ, ਸਭ ਕੁਝ ਹੋਇਆ ਹੋਵੇਗਾ। ਹੁਣ ਅਸਾਲਟ ਰਾਈਫਲਾਂ ਤੋਂ ਫਾਇਰ ਵੀ ਕੀਤੇ ਨੇ, ਪੁਲਿਸ ਨੇ ਹਵਾਈ ਫਾਇਰ ਕੀਤੇ ਨੇ, ਫਿਰ ਉੱਥੋਂ ਭੀੜ ਨੂੰ ਖੰਡਾਇਆ। ਇਹ ਸਾਰੀਆਂ ਗੱਲਾਂ ਜ਼ਿੰਮੇਵਾਰਾਨਾ ਤੌਰ ਤੇ ਇਹਨਾਂ ਨੂੰ ਸਮਝਣਾ ਚਾਹੀਦਾ। ਝੂਠੀ ਰਿਪੋਰਟਿੰਗ ਪੰਜਾਬ ਵਿੱਚ ਜਾਂ ਕਿਤੇ ਵੀ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਸਕਦੀ ਹੈ। ਐਵੇਂ ਨਹੀਂ ਫਿਰ ਮੋਬਾਈਲ ਜਿਹੜਾ ਡਾਟਾ ਹੁੰਦਾ ਉਹ ਤੇ ਫਿਰ ਬੈਨ ਲਾ ਕੇ ਉਹਨੂੰ ਰੋਕਿਆ ਜਾਂਦਾ ਕਿ ਇਹੋ ਜਿਹੀਆਂ ਅਫਵਾਹਾਂ ਨਾ ਫੈਲਣ। ਬਿਲਕੁਲ ਅੱਗ ਲਾਉਣ ਵਾਲੀ ਰਿਪੋਰਟਿੰਗ ਤੇ ਜਿਹੜੀ ਨਕੇਲ ਉਹ ਪੈਣੀ ਚਾਹੀਦੀ। ਮੈਂ ਵਾਪਸ ਸਿਆਸਤਦਾਨਾਂ ਤੇ ਆਉਣਾ ਚਾਹੁੰਦੀ ਹਾਂ ਜਿਹੜੇ ਕਿਸੇ ਦੇ ਸਿਵਿਆਂ ਤੇ ਵੀ ਆਪਣੀਆਂ ਰੋਟੀਆਂ ਸੇਕ ਲੈਂਦੀਆਂ ਨੇ। ਤੇ ਪਟਿਆਲੇ ਵਾਲੀ ਘਟਨਾ ਨੂੰ ਲੈ ਕੇ ਤਰ੍ਹਾਂ ਦੇ ਪ੍ਰਤੀਕਰਮ ਆਏ ਨੇ। ਖਾਸ ਕਰਕੇ ਮੈਂ BJP ਦੀ ਗੱਲ ਕਰਨਾ ਚਾਹੁੰਦੀ ਇੱਥੇ। BJP ਦਾ ਪ੍ਰਤੀਕਰਮ ਜਿਹੜਾ ਉਹ ਜਾਇਜ਼ ਹੀ ਹੈ। ਪੰਜਾਬ ਦੇ ਮਾਮਲੇ ਦੇ ਵਿੱਚ BJP ਦਾ ਪ੍ਰਤੀਕਰਮ ਕਿਸੇ ਵੀ ਮਾਮਲੇ ਵਿੱਚ, ਪਟਿਆਲੇ ਵਾਲੀ ਘਟਨਾ ਤੇ ਲਾ ਲਓ ਜਾਂ ਕੋਈ ਹੋਰ ਕੁਝ ਵੀ ਹੋਵੇ, ਉਹਨਾਂ ਨੇ ਤੇ ਇੱਕੋ ਹੀ ਲੈ ਤੇ ਚੱਲਣਾ ਹੈ। ਹੁਣ ਲਾ ਪਾ ਕੇ ਜਨਾਬ ਹੁਣਾਂ ਕੋਲੋਂ ਇੱਧਰੋਂ ਪਠਾਨਕੋਟ ਵਾਲੀ ਸਾਈਡ ਤੋਂ 2 ਸੀਟਾਂ ਇਹਨਾਂ ਕੋਲ ਆਈਆਂ ਨੇ ਤੇ ਬੜਾ ਜ਼ੋਰ ਲਾਉਣ ਦੇ ਬਾਵਜੂਦ ਵੀ ਕੁਝ ਹੱਥ ਪੱਲੇ ਪਿਆ ਨਹੀਂ ਹੈ। ਪਟਿਆਲੇ ਵਾਲੀ ਸੀਟ ਦੇ ਮਾਮਲੇ ਦੇ ਵਿੱਚ ਮੈਂ ਫੇਰ ਕਹਿੰਦਾ ਕਿ ਪੰਜਾਬ ਕਮਜ਼ੋਰ ਭਾਵੇਂ ਇੰਨਾ ਨਹੀਂ ਹੈ, ਪਰ ਫੇਰ ਵੀ ਕੁਛ ਚਿੰਕਸ ਇਨ ਦਾ ਆਰਮਰ ਜਿਵੇਂ ਕਹਿ ਦਿੰਦੇ ਨੇ ਕਿ ਕੁਛ ਲੂਪ ਹੋਲਸ ਰਹਿ ਜਾਂਦੇ ਨੇ ਸਿਸਟਮ ਦੇ ਵਿੱਚ, ਜਿਹਦੇ ਵਿੱਚ ਫਿਰ ਉਹ ਕੋਈ ਨਾ ਕੋਈ ਵੜਨ ਦਾ ਯਤਨ ਕਰਦਾ ਹੈ। ਸ਼ਿਵ ਸੈਨਾ ਭਾਵੇਂ ਅੱਜ ਭਾਰਤੀ ਜਨਤਾ ਪਾਰਟੀ ਤੋਂ ਅਲੱਗ ਹੈ, ਪਰ ਸ਼ਿਵ ਸੈਨਾ ਵੀ ਉਹਨਾਂ ਦਾ ਪਾਰਟੀ ਆ, ਉਸੇ ਥਿੰਕ ਟੈਂਕ ਦਾ ਬੇਸਿਕਲੀ ਹਿੱਸਾ ਹੈ। ਅੱਜ ਬਹੁਤ ਸਾਰੇ ਮੁੱਦਿਆਂ 'ਤੇ ਉਹਨਾਂ ਦਾ ਵਖਰੇਵਾਂ ਹੋਇਆ ਪਿਆ, ਚਾਹੇ ਜਿਹੜਾ ਰਾਣਾ ਜਿਹੜੀ ਸੰਸਦ ਮੈਂਬਰ ਹੈ ਉਹਨਾਂ ਦੇ ਪਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੋਵੇ, ਹਨੂੰਮਾਨ ਚਾਲੀਸਾ ਸਪੀਕਰਾਂ ਵਾਲਾ ਮਸਲਾ, ਮਹਾਰਾਸ਼ਟਰ ਦੇ ਵਿੱਚੋਂ ਆਉਂਦੀ ਸਰਕਾਰ ਜਿਹੜੀ ਸੀ ਹੱਥੋਂ ਨਿਕਲ ਗਈ, ਇਹ ਸਭ ਕੁਝ। ਪਰ ਇੱਕ ਥਿੰਕ ਟੈਂਕ ਹੈ, ਇਹਦੇ ਵਿੱਚ ਇੱਕ ਕਮਿਊਨਿਟੀ ਨੂੰ ਥੋੜ੍ਹਾ ਜਿਹਾ ਵਧਾ ਕੇ ਗੱਲ ਨੂੰ ਕੀਤਾ ਜਾਂਦਾ ਹੈ। ਇਹਨਾਂ ਨੂੰ ਬਹੁਤ ਜ਼ਿੰਮੇਵਾਰਾਨਾ ਤਰੀਕੇ ਨਾਲ ਕੋਈ ਬਿਆਨ ਦੇਣਾ ਚਾਹੀਦਾ ਹੈ। ਜੇ ਕੋਈ ਗੈਰ ਜ਼ਿੰਮੇਵਾਰਾਨਾ ਇਹ ਲੋਕ ਬਿਆਨ ਅੱਜ ਦਿੰਦੇ ਨੇ ਤੇ ਇਸ ਨਾਲ ਪੰਜਾਬ ਦੇ ਹਾਲਾਤ ਖਰਾਬ ਹੁੰਦੇ ਨੇ ਤੇ ਜ਼ਿੰਮੇਵਾਰ ਇਹੋ ਹੀ ਹੋਣਗੇ। ਜੀ, ਪੰਜਾਬ ਦੇ ਹਾਲਾਤਾਂ ਤੇ ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਆ। ਬਹੁਤ ਜਲਦ ਹਾਜ਼ਰ ਹੁੰਦੇ ਹਾਂ।
ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਗੱਲ ਕਰ ਰਹੇ ਹਾਂ ਭਾਜਪਾ ਦੀ, ਜਿਹੜੀ ਸ਼੍ਰੋਮਣੀ ਅਕਾਲੀ ਦਲ ਦਾ ਕਿਸੇ ਵੇਲੇ ਛੋਟਾ ਭਰਾ ਹੁੰਦਾ ਸੀ ਤੇ 2022 'ਚ ਵੱਡਾ ਵੀਰ ਬਣ ਗਿਆ ਤੇ ਨਿੱਕੇ ਵੀਰ ਬਣਾ ਲਿਆ ਕੈਪਟਨ ਤੇ ਸੁਖਦੇਵ ਢੀਂਡਸਾ ਦੇ ਗਰੁੱਪ ਨੂੰ। ਹੁਣ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ, ਵਿਧਾਨ ਸਭਾ ਦੀਆਂ ਚੋਣਾਂ ਤੇ ਖੈਰ ਆਮ ਆਦਮੀ ਪਾਰਟੀ ਜਿੱਤ ਗਈ ਆ। ਸੰਗਰੂਰ ਲੋਕ ਸਭਾ ਦੀ ਗੱਲ ਕਰੀਏ ਤੇ ਨਗਰ ਨਿਗਮ ਚੋਣਾਂ ਦੀ ਗੱਲ ਕਰੀਏ ਤੇ ਭਾਜਪਾ ਨੇ ਕੱਲ ਚੰਡੀਗੜ੍ਹ 'ਚ ਮੀਟਿੰਗ ਕੀਤੀ ਸੀ ਤੇ ਕਹਿੰਦੇ ਸੀ ਕੱਲਿਆਂ ਲੜਨਾ। ਜੇ ਉਹਨਾਂ ਨੇ ਹੁਣ ਕੱਲਿਆਂ ਲੜਨਾ ਤੇ ਫਿਰ ਸੁਖਦੇਵ ਸਿੰਘ ਢੀਂਡਸਾ ਤੇ ਕੈਪਟਨ ਦੇ ਭਵਿੱਖ ਦਾ ਕੀ ਬਣੂਗਾ? ਕੱਲਿਆਂ ਲੜਨ ਵਾਲੀ ਜਿਹੜੀ ਗੱਲ ਹੈ ਨਾ ਜੀ, ਕਾਂਗਰਸ ਪਾਰਟੀ ਨੇ ਇਸ ਦਾ ਸਵਾਦ ਵੇਖਿਆ ਹੋਇਆ। ਯੂਪੀ ਦੇ ਵਿੱਚ ਉਹਨਾਂ ਨੇ ਇੱਕ ਵਾਰੀ ਫੇਰ ਮਜ਼ਾ ਚੱਖ ਲਿਆ। ਲੜਨਾ ਕੱਲਿਆਂ ਨੇ ਹੈ, ਜੋ ਹਸ਼ਰ ਹੁੰਦਾ ਉਹ ਹੋਈ ਜਾਵੇ, ਸਾਨੂੰ ਫਿਕਰ ਕੋਈ ਨਹੀਂ। ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਵਿੱਚ ਕੁਛ ਨਾ ਕੁਛ ਆਪਣੇ ਪੈਰ ਜਮਾਉਣ ਲਈ ਕੁਝ ਸਮਝੌਤੇ ਕੀਤੇ, ਪਰ ਸਮਝੌਤਿਆਂ ਦੀ ਭਾਰਤੀ ਜਨਤਾ ਪਾਰਟੀ ਦੇ ਹਿਸਾਬ ਨਾਲ ਜਿਹੜੀ ਕੈਲਕੂਲੇਸ਼ਨ ਹੈ ਉਹ ਉਹਨਾਂ ਦੇ ਹਿਸਾਬ ਨਾਲ ਠੀਕ ਹੋ ਸਕਦੀ ਹੈ। ਪਰ ਜਦੋਂ ਪੰਜਾਬ ਦੀ ਪਰਿਸਥਿਤੀਆਂ ਨੂੰ ਅਸੀਂ ਵੇਖੀਏ ਤੇ ਜਿਹੜੇ ਲੋਕਾਂ ਨੂੰ ਉਹਨਾਂ ਨੇ ਨਾਲ ਜੋੜਿਆ, ਪੰਜਾਬ ਲੋਕ ਕਾਂਗਰਸ ਹੈ, ਅਕਾਲੀ ਦਲ ਸੰਯੁਕਤ ਹੈ, ਜਾਂ ਕੋਈ ਹੋਰ ਇੱਕ ਦੋ ਸਭਾ ਜਿਹੜੀਆਂ ਸੀ ਉਹ ਨਾਲ ਜੋੜ ਲਈਆਂ, ਉਹਦੇ ਵਿੱਚ ਕੋਈ ਗੱਲ ਮਜ਼ੇ ਵਾਲੀ ਲੱਗਦੀ ਨਹੀਂ ਸੀ ਤੇ ਨਾ ਕੋਈ ਸੀਰੀਅਸਨੈਸ ਉਹਦੇ ਵਿੱਚ ਨਜ਼ਰ ਆਈ। ਕੈਪਟਨ ਅਮਰਿੰਦਰ ਸਿੰਘ ਜੋ ਅਖੀਰਲੇ ਦਮ ਤੱਕ ਇਹੋ ਕਹਿੰਦੇ ਰਹੇ ਕਿ ਦੇਖੋ ਇੱਕ ਵਾਰੀ ਮੈਨੂੰ ਪੱਤੇ ਤੇ ਖੋਲਣ ਦਿਓ, ਕਾਂਗਰਸ ਦੇ ਵਿਧਾਇਕਾਂ ਦੀ ਲਾਈਨ ਲੱਗੇਗੀ ਮੇਰੇ ਮਗਰ। ਤੇ ਜਿਹੜੇ ਕਹਿੰਦੇ ਸੀ ਕਿ ਜਿਹੜੇ ਨਾਲ ਅਸੀਂ ਮਰਨਾ ਤੁਹਾਡੇ ਤੇ ਛੱਡ ਕੇ ਮੈਦਾਨ ਭੱਜ ਗਏ ਜੀ, ਉਹ ਵੀ ਨਾ ਆਏ, ਉਹ ਵੀ ਆਪਣੀਆਂ ਸੀਟਾਂ ਲੈ ਕੇ ਤੇ ਅਹੁਦੇ ਲੈ ਕੇ ਬੈਠ ਗਏ ਤੇ ਹੁਣ ਤੇ ਚਲੋ ਘਰ ਬੈਠੇ ਹੋਏ ਨੇ। ਤੇ ਸਾਡੇ ਢੀਂਡਸਾ ਸਾਹਿਬ ਜਦੋਂ ਉਹਨਾਂ ਦਾ ਬੇਟਾ ਪਰਮਿੰਦਰ ਸਿੰਘ ਤੇ ਸੁਖਦੇਵ ਸਿੰਘ ਸੱਤਾ ਸੁੱਖ ਵੀ ਭੋਗਿਆ, ਵਿੱਤ ਮੰਤਰੀ ਵੀ ਰਹੇ ਨੇ। ਖੈਰ ਉਹ ਵਿੱਤ ਮੰਤਰੀ ਦਾ ਜਿਹੜਾ ਕੰਡਿਆਂ ਵਾਲਾ ਤਾਜ ਹੈ ਮਨਪ੍ਰੀਤ ਬਾਦਲ ਤੇ ਪਰਮਿੰਦਰ ਸਿੰਘ ਢੀਂਡਸਾ ਦੇ ਕੋਲ ਲੰਬਾ ਸਮਾਂ ਰਿਹਾ ਹੈ ਹੁਣ ਪੰਜਾਬ ਦਾ। ਪਰ ਗੱਲ ਇਹ ਹੈ ਕਿ ਉਹ ਲਾਂਭੇ ਹੋਏ ਜਦੋਂ ਸੱਤਾ ਤੋਂ ਤੇ ਫਿਰ ਉਹਨਾਂ ਨੇ ਅਕਾਲੀ ਦਲ ਦਾ ਸਾਥ ਛੱਡਿਆ ਤੇ ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਉਹ ਵਾਕਿਆ ਲੱਗਦੀਆਂ ਸੀ ਕਿ ਜਿਹੜੀਆਂ ਕੁਰੀਤੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਦੇ ਵਿੱਚ ਹਨ ਉਹਨਾਂ ਨੂੰ ਉਭਾਰ ਕੇ ਪੇਸ਼ ਜੇ ਕੀਤਾ ਹੈ ਤੇ ਸਟੈਂਡ ਜੋ ਕੋਈ ਲਿਆ ਤੇ ਸੁਖਦੇਵ ਸਿੰਘ ਢੀਂਡਸਾ ਤੇ ਉਹਨਾਂ ਦੇ ਪੁੱਤਰ ਨੇ ਤੇ ਨਾਲ ਰਣਜੀਤ ਸਿੰਘ ਬ੍ਰਹਮਪੁਰਾ ਨੇ ਲਿਆ ਜੀ। ਹੌਲੀ ਹੌਲੀ ਵਖਰੇਵੇਂ ਪੈਣੇ ਸ਼ੁਰੂ ਹੋ ਗਏ। ਪਰ ਗੱਲ ਇਹ ਹੈ, ਲੋਕ ਸਭਾ ਦੇ ਮੈਂਬਰ ਵੀ ਰਹੇ ਸੁਖਦੇਵ ਸਿੰਘ ਢੀਂਡਸਾ, ਪਰ ਸਮਝ ਨਹੀਂ ਆਈ ਕਿ ਇਹ ਜੋ ਪੰਜਾਬ ਦੇ ਵਿੱਚ ਹੋਇਆ, ਜਿਸ ਤਰ੍ਹਾਂ ਕਿਸਾਨ ਅੰਦੋਲਨ ਚੱਲਿਆ ਤੇ ਜਿਸ ਤਰ੍ਹਾਂ ਦੀ ਨਾਰਾਜ਼ਗੀ ਭਾਜਪਾ ਦੇ ਨਾਲ ਸਾਡੇ ਲੋਕਾਂ ਦੀ ਸੀ, ਪੰਜਾਬ ਦੇ ਲੋਕਾਂ ਦੀ, ਭਾਜਪਾ ਨੇ ਭਾਵੇਂ 2 ਸੀਟਾਂ ਜਿੱਤ ਕੇ ਮਾੜੇ ਮੋਟੇ ਪੈਰ ਜਮਾਉਣ ਦਾ ਇੱਕ ਇਸ਼ਾਰਾ ਜਿਹਾ ਕੀਤਾ ਹੈ, ਪਰ ਉਹਨਾਂ ਦਾ ਇਹਨਾਂ ਪਾਰਟੀ ਦੇ ਨਾਲ ਜੁੜਨਾ ਕੁਝ ਸਮਝ ਨਹੀਂ ਆਇਆ ਕਿ ਕਿਹੜੀ ਕੈਲਕੂਲੇਸ਼ਨ ਦੇ ਤਹਿਤ। ਜੇ ਅਸੂਲਾਂ ਦੀ ਗੱਲ ਕਰਕੇ ਆਪਣੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਤੇ ਮਜੀਠੀਆ ਨੂੰ ਉਹਨਾਂ ਨੇ ਛੱਡਿਆ ਸੀ ਤਾਂ ਫਿਰ ਉਧਰ ਕਿਉਂ ਹੱਥ ਜੋੜ ਲਿਆ? ਇਸ ਗੱਲ ਦੀ ਕੈਲਕੂਲੇਸ਼ਨ ਸੁਖਦੇਵ ਸਿੰਘ ਢੀਂਡਸਾ ਜੀ ਇਸ ਗੱਲ ਦਾ ਜਵਾਬ ਉਹੀ ਦੇ ਸਕਦੇ ਨੇ। ਤੇ ਕੁਝ ਦਿਨ ਪਹਿਲਾਂ ਉਹ ਕਹਿੰਦੇ ਸੀ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਹੁਣ ਸਿਆਸਤ ਤੋਂ ਕਿਨਾਰਾ ਕਰ ਲੈਣਾ ਚਾਹੀਦਾ ਹੈ ਤੇ ਬਾਦਲ ਪਰਿਵਾਰ ਨੂੰ ਬਲਕਿ ਲਾਂਭੇ ਹੋ ਜਾਣਾ ਚਾਹੀਦਾ ਹੈ ਸਿਆਸਤ ਤੋਂ। ਤੇ ਉਹਨਾਂ ਨੇ ਆਪਣੇ ਮੁੱਦੇ ਤੇ ਕੀ ਕੀਤਾ ਤੇ ਹੁਣ ਹਾਲਤ ਇੰਨੀ ਪਤਲੀ ਹੋ ਗਈ ਹੈ, ਭਾਜਪਾ ਵਾਲੇ ਆਪਣੇ ਬਲਬੂਤੇ ਤੇ ਉਹ ਕਹਿੰਦੇ ਨੇ ਕਿ ਥੋੜ੍ਹੀਆਂ ਸਹੀ ਜਾਂ ਸਾਨੂੰ ਤੀਜੇ ਨੰਬਰ ਤੇ ਆ ਜਾਈਏ, ਚੌਥੇ ਤੇ ਆ ਜਾਈਏ, ਕਿਤੇ ਜਿੱਤ ਵੀ ਜਾਵਾਂਗੇ ਸ਼ਹਿਰਾਂ ਦੇ ਸ਼ਹਿਰੀ ਖੇਤਰਾਂ 'ਚੋਂ ਜਾਂ ਹੋਰ ਕਿਤੇ ਸੰਗਰੂਰ ਵਿੱਚ ਉਹਦੇ ਚਾਂਸ ਨਹੀਂ ਲੱਗਦੇ, ਪਰ ਉਹਨਾਂ ਨੇ ਸਿਰ ਖੁਦ ਹੋ ਕੇ ਚੱਲਣ ਦਾ ਫੈਸਲਾ ਕਰ ਲਿਆ। ਪਰ ਜਿਸ ਤਰ੍ਹਾਂ ਭਾਜਪਾ ਸ਼੍ਰੀ ਗੁਰੂ ਤੇਗ ਬਹਾਦਰ ਦੇ ਜਨਮ ਸ਼ਤਾਬਦੀ ਪ੍ਰੋਗਰਾਮ ਜਾਂ ਹੋਰ ਪ੍ਰੋਗਰਾਮਾਂ ਦੇ ਵਿੱਚ ਅੱਜ ਵੀ ਸਿੱਖਾਂ ਦੇ ਇੱਕ ਵਫਦ ਨੂੰ ਨਰਿੰਦਰ ਮੋਦੀ ਮਿਲ ਰਹੇ ਨੇ, ਇਹ ਸਾਰਾ ਕੁਝ ਘਟਨਾਕ੍ਰਮ ਚੱਲ ਰਿਹਾ ਹੈ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਨੂੰ ਲੱਗਦਾ ਹੈ ਕਿ ਭਾਜਪਾ ਇੱਥੇ ਇਹ ਸਿੱਖ ਕਮਿਊਨਿਟੀ ਨੂੰ ਟਾਰਗੇਟ ਕਰਕੇ ਇੱਥੇ ਉਹਨਾਂ ਦੇ ਵਿੱਚ ਆਪਣੀ ਪੈਠ ਬਣਾ ਕੇ ਇਕੱਲੇ ਹੋ ਕੇ ਤੁਰਨਾ ਚਾਹੁੰਦੀ ਹੈ ਤੇ ਇਸ ਮਾਮਲੇ 'ਚ ਉਹਨਾਂ ਨੇ ਹੁਣ ਸਮਝ ਲਿਆ ਕਿ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਸਾਡਾ ਕੁਝ ਨਹੀਂ ਸਵਾਰ ਸਕਦੇ, ਇਹ ਆਪਣੇ ਜੋਗੇ ਵੀ ਨਹੀਂ। ਜੀ ਕੁਲਦੀਪ ਜੀ, ਅਗਲੇ ਰੌਲੇ ਦੀ ਗੱਲ ਕਰਦੇ ਹਾਂ। ਬਿਜਲੀ ਦਾ ਜਿਹੜਾ ਸੰਕਟ ਹੈ ਉਹ ਪੰਜਾਬ ਦੇ ਵਿੱਚ ਬੇਕਾਬੂ ਹੋ ਗਿਆ। ਕਿਸਾਨ ਜਥੇਬੰਦੀਆਂ ਸਰਕਾਰ ਦੇ ਵਿਰੁੱਧ ਪ੍ਰੋਟੈਸਟ ਕਰ ਰਹੀਆਂ। ਸੂਬੇ ਦੇ 15 ਯੂਨਿਟ ਦੇ ਵਿੱਚੋਂ ਸਿਰਫ 10 ਯੂਨਿਟ ਇਸ ਵੇਲੇ ਚੱਲ ਰਹੇ ਨੇ। ਸਵਾਲ ਮੇਰਾ ਇਹ ਹੈ ਕਿ ਸਿਰਫ ਇਹ ਸੰਕਟ ਦੇ ਜਿਹੜੇ ਬੱਦਲ ਆ ਪੰਜਾਬ 'ਚ ਵੀ ਛਾਏ ਨੇ ਕਿ ਹੋਰ ਵੀ ਕਿਤੇ ਇੱਦਾਂ ਦੀ ਸਮੱਸਿਆ ਨਾਲ ਜੂਝ ਰਹੇ ਨੇ ਲੋਕ? ਦੇਖੋ, ਬਿਜਲੀ ਨੇ ਰੈਵੋਲੂਸ਼ਨ ਦੁਨੀਆ ਵਿੱਚ ਪੈਦਾ ਕੀਤੀ ਹੈ। ਸਬਲੀਨ ਜਿਵੇਂ ਭਾਖੜੇ ਦੇ 'ਚ ਡੈਮ ਬਣਿਆ ਤੇ ਬਿਜਲੀ ਪੰਜਾਬ ਨੂੰ ਮਿਲਣੀ ਸ਼ੁਰੂ ਹੋਈ, ਬੜਾ ਵੱਡਾ ਇੱਕ ਬੜੀ ਵੱਡੀ ਇੱਕ ਮਾਰਕਾ ਸੀ ਔਰ ਮੈਨਕਾਇੰਡ ਦੇ ਵਿੱਚ ਇੱਕ ਚੰਗੇ ਵੱਡੇ ਡੈਮਾਂ ਦੇ ਵਿੱਚ ਇਸ ਨੂੰ ਮਿਥਿਆ ਗਿਆ ਤੇ ਆਮ ਗੀਤ ਵੀ ਗਾਉਂਦੇ ਸੀ, ਭਾਖੜੇ ਤੋਂ ਆਈ ਮੁਟਿਆਰ ਨੱਚਦੀ, ਸਿਰ ਉੱਤੇ ਚੁੰਨੀ ਸੋਹਣੇ ਸੁੱਚੇ ਕੱਚ ਦੀ ਜੀ। ਤੇ ਇਹ ਵੀ ਪ੍ਰਚਾਰ ਕੀਤਾ ਗਿਆ ਲੋਕਾਂ ਨੂੰ, ਕਹਿੰਦੇ ਨੇ ਮੈਂ ਦੇਖਿਆ ਤੇ ਨਹੀਂ
ਕਿ ਜਦੋਂ ਨਹਿਰੀ ਪਾਣੀ ਦਿੱਤਾ ਜਾਂਦਾ ਸੀ ਕਿਸਾਨਾਂ ਨੂੰ, ਤੇ ਜਿਹੜੇ ਐਂਟੀ ਗਵਰਨਮੈਂਟ ਕੁਝ ਪਾਰਟੀਆਂ ਸੀ ਉਹ ਕਹਿੰਦੇ ਸੀ ਕਿ ਨਹਿਰ ਦੇ ਪਾਣੀ 'ਚ ਹੁਣ ਕੀ ਰਹਿ ਗਿਆ, ਬਿਜਲੀ ਤਾਂ ਇਹਦੇ ਵਿੱਚੋਂ ਕੱਢ ਲਈ ਆ ਪਾਖੜੇ, ਤੇ ਨਹਿਰ ਦਾ ਪਾਣੀ ਇਹ ਫੋਕਾ ਹੀ ਹੈ, ਇਸ ਵਿੱਚ ਕੁਝ ਨਹੀਂ ਹੈ। ਖੈਰ ਅੱਗੇ ਚੱਲਦੇ ਹਾਂ। ਬਿਜਲੀ ਦੇ ਸੰਕਟ ਦੀ ਇੱਕ ਮੈਂ ਤੁਹਾਨੂੰ ਕਹਾਣੀ ਜੀ ਸੁਣਾਉਣਾ। ਇਸ ਵੇਲੇ ਜੋ ਕੋਲ ਫਾਇਰਡ ਪਾਵਰ ਪਲਾਂਟ ਨੇ ਭਾਰਤ ਵਿੱਚ, ਉਹਨਾਂ ਦਾ ਬੋਲਬਾਲਾ ਥਰਮਲ ਪਾਵਰ। ਨਿਊਕਲੀਅਰ ਪਾਵਰ ਦੀ ਡੀਲ ਹੋਈ ਸੀ ਜੋ ਕੇਂਦਰ ਸਰਕਾਰ ਨੇ ਕੀਤੀ ਸੀ, ਤੇ ਜਿਸ ਮੁੱਦੇ ਤੇ ਮਨਮੋਹਨ ਸਿੰਘ ਦੀ ਸਰਕਾਰ ਡਿੱਗਦੀ ਡਿੱਗਦੀ ਬਚ ਗਈ ਸੀ, ਉਹ ਸਾਨੂੰ ਤਾਂ ਇਹੋ ਹੀ ਦੱਸਿਆ ਗਿਆ ਸੀ ਕਿ ਨਿਊਕਲੀਅਰ ਪਾਵਰ ਪਲਾਂਟ ਲੰਘਣਗੇ, ਉਹ ਸਸਤੇ ਪੈਂਦੇ ਨੇ ਤੇ ਜ਼ਿਆਦਾ ਐਕੂਰੇਟ ਹੁੰਦੇ ਨੇ, ਤੇ ਕੋਲਾ ਇੰਨਾ ਜ਼ਿਆਦਾ ਫੂਕਣ ਦੀ ਸਾਨੂੰ ਲੋੜ ਨਹੀਂ ਪਏਗੀ, ਤੇ ਪਲਾਂਟ ਉਸ ਤੋਂ ਜਿਹੜੀ ਪਾਵਰ ਜਨਰੇਸ਼ਨ ਹੈ ਉਹ ਹੋਵੇਗੀ। ਹੁਣ ਉਹ ਜਨਰੇਸ਼ਨ ਕਿੰਨੀ ਕੁ ਹੋਈ, ਤੇ ਉਹ ਪਾਵਰ ਪਲਾਂਟ ਨਿਊਕਲੀਅਰ ਵਾਲੇ ਕਿੰਨੇ ਕੁ ਲੱਗੇ ਤੇ ਕਿੱਥੇ ਲੱਗੇ, ਸਿਸਮਿਕ ਜ਼ੋਨ ਆਇਡੈਂਟੀਫਾਈ ਕਰਕੇ ਲਾਇਆ ਵੀ ਕੋਈ ਜਾਂ ਨਹੀਂ, ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਪਰ ਕੋਲੇ ਵਾਲੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਲਾਂਟ ਠਾ ਲਿਆ ਕੇ ਪੰਜਾਬ ਵਿੱਚ ਸੁੱਟ ਦਿੱਤੇ ਬਿਜਲੀ ਸਰਪਲਸ ਕਰਨ ਦੇ ਨਾਂ ਹੇਠ। ਪਰ ਤੁਸੀਂ ਕਦੀ ਅੰਦਾਜ਼ਾ ਲਾਇਆ ਕਿ ਜਿਸ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਅੱਜ ਤੋਂ 10 ਸਾਲ ਪਹਿਲਾਂ 50 ਏਅਰ ਕੰਡੀਸ਼ਨਰ ਕੰਮ ਕਰਦੇ ਸੀ, ਅੱਜ ਉੱਥੇ ਕਿੰਨੇ ਨੇ? ਇਹ ਬਹੁਤ ਜ਼ਿਆਦਾ ਗਿਣਤੀ ਵੱਧ ਗਈ ਹੈ, ਖਪਤ ਬਹੁਤ ਜ਼ਿਆਦਾ ਵੱਧ ਗਈ ਹੈ। ਇਸ ਗੱਲ ਨੂੰ ਸਮਝਣਾ ਪਏਗਾ। ਗਰਮੀ ਅਗੇਤੀ ਆ ਗਈ ਤੇ ਜਲੂਸ ਨਿਕਲ ਗਿਆ। ਹੁਣ ਮੈਂ ਤੁਹਾਨੂੰ ਕੁਝ ਅੰਕੜੇ ਦਿੰਦਾ, ਤੇ ਸਬਰੀਨ ਮੈਂ ਤੁਹਾਨੂੰ ਸਵਾਲ ਪੁੱਛਦਾ ਕਿ ਕੋਲ ਇੰਡੀਆ ਜੋ ਸਰਕਾਰੀ ਸੰਸਥਾ ਹੈ, ਉਹਨਾਂ ਨੇ ਸਾਰੇ ਥਰਮਲ ਪਲਾਂਟਾਂ ਨੂੰ ਜਾਂ ਕੰਪਨੀਆਂ ਨੂੰ ਕੋਲਾ ਮੁਹੱਈਆ ਕਰਨਾ ਹੁੰਦਾ ਹੈ। ਉਹ ਕੋਲਾ ਮੁਹੱਈਆ ਕਰਨ ਦੇ ਉਹਨਾਂ ਦੇ ਜਿਹੜੇ ਅੰਕੜੇ ਨੇ 12,300 ਕਰੋੜ ਰੁਪਏ ਦੀਆਂ ਉਹਨਾਂ ਨੇ ਬਿੱਲ ਜਾਰੀ ਕੀਤੇ ਹੋਏ ਨੇ, ਜਿਹੜੀ ਪੇਮੈਂਟ ਕੋਲ ਇੰਡੀਆ ਨੂੰ ਨਹੀਂ ਹੋਈ ਆਪਣੇ ਥਰਮਲ ਪਲਾਂਟਾਂ ਵੱਲੋਂ, ਚਾਹੇ ਉਹ ਪ੍ਰਾਈਵੇਟ ਨੇ ਚਾਹੇ ਸਰਕਾਰੀ ਨੇ। 12,300 ਕਰੋੜ ਉਹਨਾਂ ਦਾ ਫਸਿਆ ਹੋਇਆ। ਤੇ ਦੂਸਰੇ ਪਾਸੇ ਜੇ ਇਹ ਗੱਲ ਇਹ ਤੁਹਾਨੂੰ ਵੱਡੀ ਲੱਗੀ ਹੈ ਨਾ, ਤੇ ਮੈਂ ਅਗਲਾ ਅੰਕੜਾ ਸਾਂਝਾ ਕਰਦਾ। ਉਹ ਇਹ ਹੈ ਕਿ ਜਿਹੜੀਆਂ ਕੰਪਨੀਆਂ ਵੱਲ ਕੋਲ ਇੰਡੀਆ ਦਾ 12,300 ਕਰੋੜ ਫਸਿਆ ਹੋਇਆ, ਉਹਨਾਂ ਹੀ ਕੰਪਨੀਆਂ ਦਾ ਗਾਹਕਾਂ ਵੱਲ, ਚਾਹੇ ਉਹ ਡੋਮੈਸਟਿਕ ਹੋਣ, ਚਾਹੇ ਇੰਡਸਟਰੀ ਹੋਵੇ, ਚਾਹੇ ਸਰਕਾਰੀ ਸੰਸਥਾਵਾਂ ਹੋਣ, 1,01,000 ਕਰੋੜ ਫਸਿਆ ਹੋਇਆ। ਉਹ ਕਿੱਥੋਂ ਬਿੱਲ ਦੇਣਗੇ? ਮਹਾਰਾਸ਼ਟਰ ਦੇ ਵਿੱਚ ਕਹਿੰਦੇ ਨੇ ਕਿ 3,000 ਕਰੋੜ ਇਕੱਲੇ ਮਹਾਰਾਸ਼ਟਰ ਦੀ ਦੇਣਦਾਰੀ ਹੈ। ਉਹਨਾਂ ਨੇ ਹੁਣ ਇੱਕ ਚੈੱਕ ਮੋਟਾ ਲਿਖ ਕੇ ਦਿੱਤਾ ਹੈ ਕੋਲ ਇੰਡੀਆ ਨੂੰ, ਤੇ ਫਿਰ ਉਹਨਾਂ ਨੂੰ ਇੱਕ ਖੇਪ ਜਿਹੜੀ ਹੈ ਉਹ ਕੋਲੇ ਦੀ ਗਈ ਹੈ। ਭਾਰਤ ਦੀਆਂ 14 ਤੋਂ 17 ਸਟੇਟਾਂ ਦੇ ਵਿੱਚ ਗੰਭੀਰ ਬਿਜਲੀ ਦਾ ਸੰਕਟ ਹੈ, ਤੇ ਉਹ ਸਾਰੀਆਂ ਸਟੇਟਾਂ ਨੇ ਜਿੱਥੇ ਬਿਜਲੀ ਦੀ ਖਪਤ ਵੱਧ ਹੈ। ਜਿਨ੍ਹਾਂ ਵਿੱਚ ਇਸ ਵੇਲੇ ਸੰਕਟ ਨਹੀਂ ਹੈ, ਉਹ ਉੱਥੇ ਖਪਤ ਘੱਟ ਹੈ, ਇਸ ਕਰਕੇ ਬਚਾਅ। ਜੇ ਅਸੀਂ ਗੱਲ ਕਰੀਏ ਕਿ ਭਾਰਤ ਦੇ ਵਿੱਚ ਅਪ੍ਰੈਲ 26 ਨੂੰ ਕਹਿੰਦੇ ਨੇ ਕਿ 201 ਗੀਗਾਵਾਟ, ਜਿਵੇਂ ਗੀਗਾਬਾਈਟ ਹੁੰਦਾ ਹੈ, ਇਹ ਗੀਗਾਵਾਟ ਦੀ ਕੰਜ਼ੰਪਸ਼ਨ ਜਿਹੜੀ ਸੀ ਉਹ ਰਿਕਾਰਡ ਕੀਤੀ ਗਈ। ਤੇ ਮਈ ਜੂਨ ਦੇ ਵਿੱਚ ਇਸ ਦੇ 215 ਤੋਂ 220 ਗੀਗਾਵਾਟ ਪ੍ਰਤੀ ਦਿਨ ਪਹੁੰਚ ਜਾਣ ਦੀ ਜਿਹੜੀ ਇੱਕ ਐਸਟੀਮੇਟ ਹੈ ਉਹ ਲਾਇਆ ਗਿਆ। ਇਸ ਦੇ ਨਾਲ ਇੱਕ ਇਕਨੋਮਿਕ ਗਰੋਥ ਵੀ ਕਾਰਨ ਹੈ। ਕੋਵਿਡ ਤੋਂ ਬਾਅਦ ਸਾਰੇ ਬਿਜ਼ਨਸ ਦੁਬਾਰਾ ਖੁੱਲ੍ਹ ਰਹੇ ਨੇ, ਸਭ ਕੁਝ ਚੱਲ ਰਿਹਾ, ਤੇ ਖਪਤ ਜ਼ਿਆਦਾ ਵਧੀ ਹੈ। ਇਸ ਗੱਲ ਵਾਸਤੇ ਸਰਕਾਰਾਂ ਪੰਜਾਬ ਦੀਆਂ ਜਾਂ ਉਹਨਾਂ ਸੂਬਿਆਂ ਦੀਆਂ ਜਿਨ੍ਹਾਂ ਦੇ ਹੁਣ ਮੈਂ ਨਾਮ ਲਵਾਂਗਾ, ਜਿਸ ਵਿੱਚ ਹਰਿਆਣਾ ਹੈ, ਗੁੜਗਾਵਾਂ ਜਿਹੜਾ ਹੈ ਹਰਿਆਣੇ ਦੇ ਵਿੱਚ ਹੀ ਹੈ, ਪਰ ਉਸ ਦੀ ਆਪਣੀ ਇੰਨੀ ਵੱਡੀ ਸਮੱਸਿਆ ਹੈ ਕਿ 9,000 ਮੈਗਾਵਾਟ ਉੱਥੇ ਬਿਜਲੀ ਦੀ ਖਪਤ ਹੋ ਰਹੀ ਹੈ, ਤੇ 1,500 ਤੋਂ 2,000 ਮੈਗਾਵਾਟ ਦੀ ਘਾਟ ਹੈ। 6 ਤੋਂ 8 ਘੰਟੇ ਦੇ ਕੱਟ ਰੈਗੂਲਰ ਸ਼ਹਿਰੀ ਖੇਤਰ ਵਿੱਚ ਗੁੜਗਾਵਾਂ 'ਚ ਲੱਗ ਰਹੇ ਨੇ। ਰਾਜਸਥਾਨ ਵਿੱਚ ਵੱਡੀ ਘਾਟ ਹੈ, ਆਂਧਰਾ ਪ੍ਰਦੇਸ਼ ਵਿੱਚ ਵੱਡੀ ਘਾਟ ਹੈ, ਝਾਰਖੰਡ ਦੇ ਵਿੱਚ 1,800 ਤੋਂ 2,100 ਮੈਗਾਵਾਟ ਦੀ ਖਪਤ ਹੋ ਰਹੀ ਹੈ, ਤੇ ਉੱਥੇ 6 ਤੋਂ 8 ਘੰਟੇ ਦੇ ਕੱਟ ਉੱਥੇ ਵੀ ਲੱਗ ਰਹੇ ਨੇ। ਜੰਮੂ ਕਸ਼ਮੀਰ ਦੇ ਵਿੱਚ ਬਹੁਤ ਵੱਡੀ ਘਾਟ ਹੈ, ਤੇ 10-10 ਘੰਟੇ ਦੇ ਕੱਟ ਲੱਗੇ ਹੋਏ ਨੇ। ਮਹਾਰਾਸ਼ਟਰ, ਬਿਹਾਰ ਤੇ ਹੋਰ ਕਈ ਸੂਬਿਆਂ ਦੇ ਵਿੱਚ ਇਹੋ ਹੀ ਸਥਿਤੀ ਹੈ। ਹਾਲ ਪਾਰਿਆ ਮਚੀ ਹੋਈ ਹੈ। ਸਾਰੀਆਂ ਸਟੇਟਾਂ ਕਿਵੇਂ ਨਾ ਕਿਵੇਂ ਕੱਲ ਚਲਾ ਰਹੀਆਂ ਨੇ। ਰੋਟੇਟਿੰਗ ਕੱਟ ਜਿਹੜੇ ਨੇ ਲੱਗ ਰਹੇ ਨੇ, ਲਗਾਤਾਰ ਨਹੀਂ ਕਿਤੇ ਲੰਬੇ ਕੱਟ ਲਾਏ ਜਾ ਰਹੇ। ਕਿਸੇ ਨੂੰ 2 ਘੰਟੇ ਸਪਲਾਈ ਦੇ ਕੇ ਫਿਰ 1 ਜਾਂ 2 ਘੰਟੇ ਦਾ ਕੱਟ, ਫਿਰ 2 ਦੇ ਕੇ ਸਪਲਾਈ ਕੱਟ। ਜਿਹੜੀ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਹੈ, ਕਿਸਾਨਾਂ ਨੂੰ ਲੋੜ ਹੈ ਪੰਜਾਬ ਦੇ ਵਿੱਚ ਇਸ ਵੇਲੇ ਜਿੱਥੇ ਕਣਕ ਕੱਟੀ ਜਾ ਚੁੱਕੀ ਹੈ ਤੇ ਝੋਨੇ ਦੀ ਲਵਾਈ ਹੋਣੀ ਹੈ, ਉਹਨਾਂ ਖੇਤਰਾਂ ਵਿੱਚ ਅਜੇ ਬਿਜਲੀ ਦੀ ਲੋੜ ਘੱਟ ਹੈ। ਪਰ ਜਿਹੜੀਆਂ ਹੋਰ ਫਸਲਾਂ ਨੇ ਜਿਨ੍ਹਾਂ ਵਿੱਚ ਮੱਕੀ ਹੈ, ਗੰਨਾ ਹੈ, ਸਬਜ਼ੀਆਂ, ਬਾਗਬਾਨੀ ਹੈ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਕਿਸਮਾਂ ਨੇ ਕਿਸਾਨਾਂ ਦੀਆਂ, ਇਸ ਵੇਲੇ ਬਹੁਤ ਮੁਸ਼ਕਲ ਦੇ ਵਿੱਚ ਨੇ, ਤੇ ਬਿਜਲੀ ਦੇ ਕੱਟਾਂ ਨੇ ਬੁਰਾ ਹਾਲ ਕੀਤਾ ਹੋਇਆ। ਮੈਂ ਇੱਕ ਗੱਲ ਜ਼ਰੂਰ ਕਰਨੀ ਚਾਹਾਂਗਾ, ਤੁਸੀਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੋ। ਬਿਲਕੁਲ, ਮੈਂ ਉਹੀ ਗੱਲ ਤੇ ਆਉਣ ਲੱਗੀ ਸੀ ਵੀ ਉਹ ਵੀ ਟੀਚਰਾਂ ਕਰਦੇ। ਕਿਹੜਾ ਸਲੋਗਨ ਦਿੰਦੇ ਨੇ ਅੱਜ ਕੱਲ੍ਹ? ਉਹ ਸਲੋਗਨ ਦਿੰਦੇ ਨੇ, ਇੱਕ ਮੌਕਾ ਆਪ ਨੂੰ, ਨਾ ਬਿਜਲੀ ਦਿਨ ਨੂੰ ਨਾ ਰਾਤ ਨੂੰ, ਨਾ ਦਿਨ ਨੂੰ ਨਾ ਰਾਤ ਨੂੰ।
ਤੇ ਤੁਸੀਂ ਮੈਨੂੰ ਇਹ ਦੱਸੋ, ਜਦੋਂ ਕੈਪਟਨ ਅਮਰਿੰਦਰ ਸਿੰਘ 2017 ਦੇ ਵਿੱਚ ਮੁੱਖ ਮੰਤਰੀ ਬਣੇ ਸੀ ਤੇ ਉਹ ਕੰਧਾਂ ਤੇ ਕਿਹੜਾ ਨਾਰਾ ਲਿਖਿਆ ਸੀ? ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ। ਤੇ ਫਿਰ ਨਾਰਾ ਕੀ ਬਦਲਿਆ? ਚਾਹੁੰਦਾ ਹੈ ਪੰਜਾਬ ਜਨਰੇਟਰ ਦੀ ਤਾਰ। ਇਹ ਤੇ ਹਰ ਸਾਲ ਦੀ ਕਹਾਣੀ ਹੈ। ਇਸ ਨੂੰ ਇੱਕ ਮੈਂ ਵੈਬਸਾਈਟ ਪੜ੍ਹ ਰਿਹਾ ਸੀ, ਬੜੀ ਉਸ ਵਿੱਚ ਡਿਟੇਲ ਦਿੱਤੀ ਗਈ ਹੈ, ਇੰਡੀਆ ਦੀ ਵੈਬਸਾਈਟ ਹੈ, ਪੰਜਾਬ ਦੀ ਨਹੀਂ। ਉਹ ਉਸ ਵਿੱਚ ਕਿਹਾ ਹੈ ਕਿ ਇਹ ਹੁਣ ਸਾਲਾਨਾ ਮੇਲਾ ਬਣ ਗਿਆ ਬਿਜਲੀ ਦੀ ਘਾਟ। ਇਹ ਅਪ੍ਰੈਲ ਵਿੱਚ ਸ਼ੁਰੂ ਹੁੰਦਾ ਤੇ ਜਾ ਕੇ ਜੁਲਾਈ ਸਤੰਬਰ ਦੇ ਵਿੱਚ ਸਾਡੀ ਜਾਨ ਛੁੱਟਦੀ ਹੈ, ਉਹ ਵੀ ਜੇ ਮੌਨਸੂਨ ਚੰਗੀ ਆ ਜਾਵੇ ਤਾਂ। ਇਸ ਵੇਲੇ ਸਭ ਤੋਂ ਵੱਧ ਅਰਦਾਸਾਂ ਕਿਸਾਨਾਂ ਨਾਲੋਂ ਵੀ ਵੱਧ ਸਰਕਾਰਾਂ ਕਰ ਰਹੀਆਂ ਨੇ ਕਿ ਕਿਸੇ ਨਾ ਕਿਸੇ ਤਰੀਕੇ ਸਾਡੀ ਇਸ ਗਰਮੀ ਤੋਂ ਜਾਨ ਛੁੱਟੇ। ਪਰ ਅਗੇਤੀ ਗਰਮੀ ਆ ਪਈ ਹੈ। ਅਪ੍ਰੈਲ ਮਹੀਨਾ ਅਜੇ ਖਤਮ ਹੋਣ ਵਿੱਚ 1-2 ਦਿਨ ਬਾਕੀ ਨੇ, ਪਰ ਜਲੂਸ ਨਿਕਲਿਆ ਪਿਆ ਸਾਰੇ ਤੰਤਰ ਦਾ। ਇਹ ਪੰਜਾਬ ਨਹੀਂ ਹੈ ਇਕੱਲਾ, ਇਸ ਗੱਲ ਨੂੰ ਲੜ ਬੰਨ ਲਓ ਕੁੱਟ ਕੇ। ਇਕੱਲਾ ਪੰਜਾਬ ਨਹੀਂ ਹੈ, ਸਾਰਾ ਭਾਰਤ ਹੀ ਬਿਜਲੀ ਦੇ ਕੱਟਾਂ ਨਾਲ ਜੂਝ ਰਿਹਾ ਤੇ ਸਪਲਾਈ ਇੱਥੇ ਪੂਰੀ ਹੋਣ ਵਾਲੀ ਨਹੀਂ ਹੈ। ਪਰ ਮੁਸ਼ਕਿਲ ਹੈ ਕਿ ਸਾਡੇ ਕੋਲ ਸਿਸਟਮ ਅਸੀਂ ਡਿਵੈਲਪ ਨਹੀਂ ਕਰ ਸਕੇ ਤੇ ਇਹ ਸਾਡਾ ਇਸੇ ਤਰ੍ਹਾਂ ਹੀ ਕੰਮ, ਜੇ ਅਸੀਂ ਕੋਈ ਠੋਸ ਕਦਮ ਨਾ ਚੁੱਕੇ, ਇਸੇ ਤਰ੍ਹਾਂ ਹੀ ਸਾਡਾ ਨੁਕਸਾਨ ਹੁੰਦਾ ਰਹੇਗਾ। 에ਅਰ ਕੰਡੀਸ਼ਨਰ ਲਗਾਤਾਰ ਚੱਲ ਰਹੇ ਨੇ, ਗਰਮੀ ਉਹ ਹੋਰ ਵੱਧ ਰਹੀ ਹੈ, ਖਪਤ ਵੱਧ ਰਹੀ ਹੈ, ਕੰਮ ਸਾਰੇ ਖੁੱਲ੍ਹੇ ਹੋਏ ਨੇ, ਸਕੂਲ ਵੀ ਦੁਬਾਰਾ ਖੁੱਲ੍ਹ ਗਏ ਨੇ ਕੋਵਿਡ ਤੋਂ ਬਾਅਦ। ਸਰਕਾਰਾਂ ਨੂੰ ਇਹਨਾਂ ਗੱਲਾਂ ਦਾ ਅੰਦਾਜ਼ਾ ਨਹੀਂ ਸੀ। ਹਰ ਕਮੋਡਿਟੀ ਦੀ ਪ੍ਰਾਈਸ ਅਸਮਾਨ ਛੋ ਰਹੀ ਹੈ। ਕੀ ਨਿੰਬੂ, ਕੀ ਪਿਆਜ਼, ਕੀ ਆਲੂ, ਕੀ ਕੋਈ ਸਬਜ਼ੀ, ਫਰੂਟ, ਸਭ ਕੁਝ ਮਹਿੰਗਾ ਹੋਇਆ ਪਿਆ। ਤੇ ਬਿਜਲੀ ਤੇ ਕੋਲਾ, ਜਿਹੜਾ ਉਹ ਜਿੱਥੋਂ ਬਿਜਲੀ ਪ੍ਰੋਡਿਊਸ ਹੋਣੀ ਹੈ, ਕੋਲਾ ਜਿਹੜਾ ਥਰਮਲ ਪਲਾਂਟਾਂ ਨੂੰ ਜਾਣਾ ਹੈ, ਉਹ ਬਹੁਤ ਵੱਡੀ ਸਮੱਸਿਆ ਹੈ। ਕੋਲ ਇੰਡੀਆ ਜਿਹੜੀ ਸਰਕਾਰੀ ਹੈ ਉਹ ਕੋਲਾ ਦੇਣ ਦੇ ਵਿੱਚ ਅਸਮਰੱਥ ਹੈ। ਹਾਂ, ਰੇਲਵੇ ਤੇ ਇਹ ਇਲਜ਼ਾਮ ਲੱਗਦਾ ਰਿਹਾ, ਭਾਰਤੀ ਰੇਲਵੇ ਤੇ, ਕਿ ਉਹ ਬਹੁਤੀਆਂ ਬੋਗੀਆਂ ਜਿਹੜੀਆਂ ਹਨ ਜਿਨ੍ਹਾਂ ਵਿੱਚ ਕੋਲਾ ਲੱਦ ਕੇ ਆਉਣਾ, ਉਹ ਦੇ ਨਹੀਂ ਰਹੇ। ਹੁਣ ਉਹਨਾਂ ਨੇ ਪੈਸੇਂਜਰ ਟ੍ਰੇਨਾਂ, ਯਾਤਰੀ ਟ੍ਰੇਨਾਂ ਰੱਦ ਕਰਕੇ ਮਹਾਰਾਸ਼ਟਰ ਨੂੰ ਸਪੈਸ਼ਲ ਕੋਲੇ ਦੀਆਂ ਭੇਜੀਆਂ ਨੇ। ਤੇ ਉਹਨਾਂ ਵੱਲੋਂ ਦੱਸਿਆ ਗਿਆ ਹੈ, ਰੇਲਵੇ ਵੱਲੋਂ, ਕਿ ਆਉਣ ਵਾਲੇ ਦਿਨਾਂ ਦੇ ਵਿੱਚ 1000 ਡੱਬਾ ਐਕਸਟਰਾ ਜਿਹੜਾ ਹੈ ਕੋਲੇ ਵਾਸਤੇ ਅਸੀਂ ਹੋਰ ਜੋੜ ਰਹੇ ਆਪਣੇ ਫਲੀਟ ਦੇ ਵਿੱਚ, ਤਾਂ ਕਿ ਕੋਲੇ ਦੀ ਘਾਟ ਪੂਰੀ ਹੋ ਸਕੇ। ਪਰ ਇੰਡੀਅਨ ਸਰਕਾਰ ਨੂੰ ਹੱਥ ਤੇ ਹੱਥ ਰੱਖ ਕੇ ਬਹਿਣ ਨਾਲੋਂ ਵੱਡੇ ਪੱਧਰ ਤੇ ਸੋਚਣਾ ਪਏਗਾ। ਦੇਖੋ, ਪ੍ਰਾਈਵੇਟ ਨੂੰ ਦੇ ਦਿੱਤਾ, ਪਰ ਸਾਡੇ ਉਹ ਅਦਾਰੇ ਕਿੱਥੇ ਗਏ? ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ NTPC ਗਵਰਨਮੈਂਟ ਦਾ ਕਿੰਨਾ ਵੱਡਾ ਅਦਾਰਾ ਸੀ ਜੋ ਪੁਰਾਣੀਆਂ ਸਰਕਾਰਾਂ ਨੇ ਲਾਇਆ ਸੀ। ਹੌਲੀ ਹੌਲੀ ਉਹ ਅਬਸਲੀਟ ਹੁੰਦੇ ਜਾ ਰਹੇ ਨੇ, ਉਹਨਾਂ ਨੂੰ ਪੁੱਛਦਾ ਕੋਈ ਨਹੀਂ ਹੈ। ਤੇ ਪ੍ਰਾਈਵੇਟ ਨਾਲ ਵੱਡੇ ਵੱਡੇ ਠੇਕੇ ਕਰਕੇ ਬਿਜਲੀ ਜਿਹੜੀ ਉਹਨਾਂ ਤੋਂ ਮਹਿੰਗੇ ਭਾਅ ਦੀ ਖਰੀਦੀ ਜਾ ਰਹੀ ਹੈ। ਕੋਈ ਸਮਾਂ ਸੀ ਜਦੋਂ ਪੰਜਾਬ ਵਾਲੇ ਸਿਆਲਾਂ ਦੇ ਵਿੱਚ ਬਿਜਲੀ ਹਿਮਾਚਲ ਨੂੰ ਦੇ ਦਿੰਦੇ ਸੀ ਤੇ ਗਰਮੀਆਂ ਵਿੱਚ ਉਹਨਾਂ ਤੋਂ ਲੈ ਲੈਂਦੇ ਸੀ। ਹੁਣ ਹਿਮਾਚਲ ਵਾਲਿਆਂ ਦੇ ਆਪਣੇ ਵਾਜੇ ਬੱਜੇ ਪਏ ਨੇ ਤੇ ਇੱਕ ਦੂਸਰੇ ਨੂੰ ਬਿਜਲੀ ਦੇਣ ਜੋਗੀ ਕਿਸੇ ਕੋਲ ਨਹੀਂ ਹੈ। ਅਜੇ 2 ਸਾਲ ਪਹਿਲਾਂ ਪਾਕਿਸਤਾਨ ਨੂੰ ਅਸੀਂ ਰੋਂਦੇ ਸੀ ਕਿ ਪਾਕਿਸਤਾਨ ਨੂੰ ਬਿਜਲੀ ਵੇਚੀ ਸੀ ਪੰਜਾਬ ਨੇ ਜਾਂ ਵੇਚਣੀ ਸੀ, ਜਾਂ ਇਹੋ ਜਿਹਾ ਪ੍ਰਬੰਧ ਸੀ। ਅੱਜ ਸਾਡੇ ਕੋਲ ਆਪਣੀ ਪੂਰੀ ਨਹੀਂ ਹੋ ਰਹੀ। ਜਿੰਨੇ ਥਰਮਲ ਪਲਾਂਟ ਹਨ ਇਹਨਾਂ ਕੋਲ ਪੰਜਾਬ ਦੇ ਵਿੱਚ ਜੇ ਦੱਸਿਆ ਜਾਵੇ ਤੇ ਔਸਤਨ ਕਿਸੇ ਕੋਲ 8 ਦਾ, ਕਿਸੇ ਕੋਲ 4 ਦਾ, ਕਿਸੇ ਕੋਲ 6 ਦਾ, ਔਸਤਨ ਕਹਿੰਦੇ 5 ਦਿਨਾਂ ਦਾ ਕੋਲਾ ਪੰਜਾਬ ਦੇ ਥਰਮਲ ਪਲਾਂਟਾਂ ਕੋਲ ਇਸ ਵੇਲੇ ਆ। ਜੇ ਨਵੀਂ ਟ੍ਰੇਨ ਕੋਈ ਆ ਜਾਵੇ ਤਾਂ ਫਿਰ ਜਾਨ ਛੁੱਟੇਗੀ। ਜੀ, ਪੰਜਾਬ ਦੇ ਸਿਆਸੀ ਮੁੱਦਿਆਂ ਤੇ ਚਰਚਾ ਇਸੇ ਤਰ੍ਹਾਂ ਜਾਰੀ ਰਹੇਗੀ, ਪਰ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਬੀਤੇ ਦਿਨੀ ਜੇਲ੍ਹ ਮੰਤਰੀ ਜਿਹੜੇ ਪੰਜਾਬ ਦੇ ਨੇ ਹਰਜੋਤ ਬੈਂਸ, ਉਹਨਾਂ ਨੇ ਇੱਕ ਮੁੱਦਾ ਚੁੱਕਿਆ ਕਿ ਵਿਧਾਨ ਸਭਾ 'ਚ ਜਿਹੜੀਆਂ ਭਰਤੀਆਂ ਹੋਈਆਂ ਉਹਦੇ ਵਿੱਚ ਨਿਰਾ ਹੀ ਘਪਲਾ ਜੇ। ਜਿਹੜੇ ਵੱਡੇ ਵੱਡੇ ਰਸੂਖਵਾਨ ਲੀਡਰ ਆ ਉਹਨਾਂ ਨੇ ਤੇ ਆਪਣੇ ਰਿਸ਼ਤੇਦਾਰ ਫਿੱਟ ਕਰਾਏ ਨੇ। ਤੇ ਸਵਾਲ ਮੇਰਾ ਹੁਣ ਇਹ ਹੈ ਕਿ ਹੋਰ ਕਿਹੜੇ ਤੱਥ ਨਿਕਲ ਕੇ ਆਏ ਆ ਜੀ ਇਸ ਖਬਰ 'ਚ? ਤੱਥ ਬੜੇ ਦਿਲਚਸਪ ਨੇ, ਸਨਸਨੀਖੇਜ਼ ਨੇ। ਪਹਿਲੀ ਤਾਂ ਗੱਲ ਇਹ ਆ ਕਿ ਕਹਿੰਦੇ ਨੇ ਕਿ ਵਿਧਾਨ ਸਭਾ ਦੇ ਸਪੀਕਰ ਵੱਲੋਂ ਇਹ ਮੁੱਦਾ ਉਠਾਇਆ ਜਾਣਾ, ਇਹ ਪੰਜਾਬ ਦੇ ਇਤਿਹਾਸ ਵਿੱਚ ਤਾਂ ਕਹਿੰਦੇ ਪਹਿਲੀ ਵਾਰੀ ਹੋਇਆ ਕਿ ਸਪੀਕਰ ਜੋ ਆਮ ਤੌਰ 'ਤੇ ਭਾਵੇਂ ਕਿ ਰੂਲਿੰਗ ਪਾਰਟੀ ਦਾ ਤਕਰੀਬਨ ਬਹੁਤੀ ਵਾਰੀ ਨਹੀਂ, ਬਹੁਤੀ ਵਾਰੀ ਇੱਦਾਂ ਹੁੰਦਾ, ਕਿਤੇ ਕਿਤੇ ਹੁੰਦਾ ਕਿ ਉਹ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਸਪੀਕਰ ਜਿਹੜਾ ਲੈ ਲਿਆ ਜਾਂਦਾ ਜਿਨ੍ਹਾਂ ਨਾਲ ਮਾੜਾ ਮੋਟਾ ਕੋਈ ਸਾਂਝ ਹੁੰਦੀ ਹੈ, ਜਾਂ ਓਪੋਜੀਸ਼ਨ ਦਾ ਵੀ ਕਈ ਵਾਰੀ ਹੋ ਜਾਂਦਾ ਕਿਤੇ ਕਿਤੇ। ਕੁਲਤਾਰ ਸਿੰਘ ਸੰਧਵਾਂ ਜਿਹੜੇ ਨੇ ਗਿਆਨੀ ਜੈਲ ਸਿੰਘ ਦੇ ਪੋਤਰੇ ਲੱਗਦੇ ਨੇ, ਵੈਸੇ ਭਰਾ ਦੇ ਬੇਟੇ ਨੇ ਦੱਸਿਆ ਜਾਂਦਾ, ਉਹਨਾਂ ਨੇ ਭਰਾ ਦੇ ਪੋਤਰੇ ਨੇ। ਕੁਲਤਾਰ ਸਿੰਘ ਸੰਧਵਾਂ ਸਪੀਕਰ ਬਣੇ ਬੜੇ ਜ਼ੋਰ ਸ਼ੋਰ ਨਾਲ। ਇੱਕ ਵਿਵਾਦ ਜਿਹਾ ਵੀ ਉਹਨਾਂ ਨਾਲ ਆਇਆ ਸੀ, ਪਰ ਉਹਨਾਂ ਵੱਲੋਂ ਮੁੱਦਾ ਉਠਾਇਆ ਗਿਆ ਕਿ ਵਿਧਾਨ ਸਭਾ ਦੇ ਵਿੱਚ ਇਸ ਤਰ੍ਹਾਂ ਭਰਤੀਆਂ ਹੋਈਆਂ। ਤੇ ਤੁਸੀਂ ਜਿਹੜਾ ਹੁਣ ਰੈਫਰੈਂਸ ਦਿੱਤਾ ਕਿ ਸਾਰਿਆਂ ਨੇ, ਹੁਣ ਹਰਜੋਤ ਸਿੰਘ ਬੈਂਸ ਨੇ ਵੀ ਗੱਲ ਕੀਤੀ ਹੈ, ਉਹ ਮੈਂ ਥੋੜ੍ਹੀ ਜਿਹੀ ਜਾਣਕਾਰੀ ਜਿਹੜੀ ਹੈ, ਇੱਕ ਚਿੱਠੀ ਜਿਹੜੀ ਹੈ ਜਾਰੀ ਕੀਤੀ ਗਈ ਹੈ ਤੇ ਚਿੱਠੀ ਦਾ ਸੇਕ ਫਿਰ ਬਹੁਤਿਆਂ ਨੂੰ ਲੱਗਾ ਹੈ।
ਉਸ ਵਿੱਚੋਂ ਸਭ ਤੋਂ ਜ਼ਿਆਦਾ ਫੋਰਫਰੰਟ ਤੇ ਨਾਮ ਰਾਣਾ KP ਸਿੰਘ ਦਾ, ਸਾਬਕਾ ਸਪੀਕਰ ਦਾ, ਤੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦਾ। ਹੋਰਨਾਂ ਕਈਆਂ ਦੇ ਨਾਮ ਵੀ ਆ ਰਹੇ ਨੇ, ਮਨਪ੍ਰੀਤ ਬਾਦਲ ਦਾ ਵੀ ਆ ਰਿਹਾ। ਮਨਪ੍ਰੀਤ ਬਾਦਲ ਦੇ ਨਾਲ ਜੁੜੀਆਂ ਹੋਈਆਂ ਜਿੰਨੀਆਂ ਨੈਗੇਟਿਵ ਖਬਰਾਂ ਸਰਕਾਰ ਡਿੱਗਣ ਤੋਂ ਬਾਅਦ ਆਈਆਂ ਨੇ, ਇੰਨੀਆਂ ਉਮੀਦ ਨਹੀਂ ਸੀ। ਚਾਹੇ ਫਰਨੀਚਰ ਵਾਲੀ ਗੱਲ ਹੋਵੇ, ਚਾਹੇ ਖਜ਼ਾਨੇ ਦੀ ਹੋਵੇ, ਚਾਹੇ ਕੁਝ ਹੋਰ, ਤੇ ਚਾਹੇ ਅਰਜਨ ਦੀ ਜਿਹੜੀ ਹੈ ਉਹ ਸਿਕਿਉਰਿਟੀ ਦੀ ਗੱਲ ਹੋਵੇ। ਹੁਣ ਇੱਕ ਬੀਬੀ ਅੰਜੂ ਬਾਲਾ ਹੈ ਕਲਰਕ, ਉਹ ਸਪੀਕਰ ਸਾਹਿਬ ਦੇ ਜਿਹੜੇ ਸੈਕਟਰੀ ਨੇ ਰਾਣਾ KP ਸਿੰਘ ਦੇ, ਉਹਨਾਂ ਦੀ ਭਰਜਾਈ ਹੈ। ਨਵਨੀਤ ਚੰਦਰਾ ਕਲਰਕ, ਰਾਣਾ KP ਸਿੰਘ ਦੀ ਰਿਸ਼ਤੇਦਾਰ। ਹਰਸਿਮਰਨਜੋਤ ਸਿੰਘ ਕਲਰਕ, ਮਨਪ੍ਰੀਤ ਬਾਦਲ ਦੀ ਸਿਫਾਰਿਸ਼। ਇਸੇ ਤਰ੍ਹਾਂ ਸੌਰਭ ਰਾਣਾ ਤੇ ਗੌਰਵ ਰਾਣਾ, ਦੋ ਭਰਾ ਕਲਰਕ, ਨਾਮ ਤੋਂ ਜ਼ਾਹਰ ਹੈ ਕਿ ਰਾਣਾ KP ਸਿੰਘ ਦੇ ਰਿਸ਼ਤੇਦਾਰ। ਸੁਮਨਪ੍ਰੀਤ ਕੌਰ ਕਲਰਕ, ਇਹ ਅਜੈਬ ਸਿੰਘ ਭੱਟੀ ਦੀ ਸਿਫਾਰਿਸ਼ ਤੇ ਰਿਸ਼ਤੇਦਾਰ। ਅਜੈਬ ਸਿੰਘ ਭੱਟੀ ਦੇ ਬਾਰੇ ਦੱਸਿਆ ਗਿਆ ਕਿ ਕਲਰਕ ਦੇ ਤੌਰ ਤੇ ਉਹਨੂੰ ਰੱਖਿਆ ਗਿਆ, ਫਿਰ ਉਸਨੂੰ ਕੁੱਕ ਦੇ ਤੌਰ ਤੇ ਦੂਸਰੇ ਡਿਪਾਰਟਮੈਂਟ ਸ਼ਿਫਟ ਕਰ ਦਿੱਤਾ ਕਿ ਜਿਸ ਤੇ ਉਹਨੂੰ 50,000 ਤਨਖਾਹ ਦਿੱਤੀ ਗਈ। ਤਰੁਣ ਸ਼ਰਮਾ ਕਲਰਕ, ਉਹ ਵੀ ਰਿਸ਼ਤੇਦਾਰ। ਇਹ ਰਾਣਾ KP ਸਿੰਘ ਅਜੇ ਉਹਨਾਂ ਦਾ ਲਿਸਟ ਨਹੀਂ, ਸੂਚੀ ਨਹੀਂ ਮੁੱਕੀ। ਰੁਚੀ ਰਾਣਾ ਕਲਰਕ, ਇਹ ਉਹਨਾਂ ਦੀ ਸਕੀ ਭਤੀਜੀ ਹੈ। ਰਜਤ ਸ਼ਰਮਾ ਕਲਰਕ, ਇਹ ਵੀ ਰਾਣਾ KP ਸਿੰਘ ਦੇ ਰਿਸ਼ਤੇਦਾਰ। ਗੁਰਨੀਤ ਕੌਰ ਕਲਰਕ, ਮਨੀਸ਼ ਤਿਵਾੜੀ ਦੇ ਡਰਾਈਵਰ ਦੀ ਬੇਟੀ। ਰਜਿੰਦਰ ਕੌਰ ਕਲਰਕ, ਇਹ ਭੱਟੀ ਸਾਹਿਬ ਦੀ ਫਿਰ ਰਿਸ਼ਤੇਦਾਰ। ਹੁਣ ਗੱਲ ਇਹ ਹੈ ਕਿ ਇਹਦਾ ਜਵਾਬ ਅਜੇ ਤੱਕ ਹੋਰ ਕਿਸੇ ਪਾਸਿਓਂ ਤਾਂ ਨਹੀਂ ਹੈ, ਤੇ ਰਾਣਾ KP ਸਿੰਘ ਕਹਿੰਦੇ ਨੇ ਕਿ ਬਹੁਤ ਇਹ ਭੈੜੀ ਕਿਸਮ ਦੀ ਪੋਲੀਟਿਕਸ ਜਿਹੜੀ ਹੈ ਪੰਜਾਬ ਵਿੱਚ ਹੋ ਰਹੀ ਹੈ, ਤੇ ਮੈਂ ਜੇ ਮੇਰੇ ਤੇ ਦੋਸ਼ ਸਾਬਤ ਹੁੰਦੇ ਤਾਂ ਮੈਂ ਸਿਆਸਤ ਛੱਡ ਦੇਵਾਂਗਾ। ਜੇ ਦੋਸ਼ ਸਾਬਤ ਹੋ ਜਾਂਦੇ ਨੇ, ਕਈ ਵਾਰੀ ਮੈਂ ਦੇਖਦਾ ਇਹ ਤੇ ਚਲੋ ਪਤਾ ਨਹੀਂ ਕੀ ਕਾਰਵਾਈ ਹੋਣੀ ਹੈ ਜਾਂ ਨਹੀਂ ਹੋਣੀ, ਤੇ ਜਾਂ ਸਰਕਾਰ ਕੀ ਕਰੇਗੀ, ਜਾਂਚ ਰਿਪੋਰਟ ਵਿੱਚ ਕੀ ਆਉਂਦਾ ਹੈ, ਕੀ ਇਹਨਾਂ ਨੂੰ ਹੁਣ ਕੱਢਿਆ ਜਾਵੇਗਾ ਜਾਂ ਅਸਾਮੀਆਂ ਦੁਆਰਾ ਜਿਹੜੀਆਂ ਸੀ ਉਹ ਜਾਰੀ ਕੀਤੀਆਂ ਜਾਣਗੀਆਂ, ਜਾਂ ਫਿਰ ਇਹਨਾਂ ਤੋਂ ਚਲੋ ਹੋਊ ਪਰੇ ਕਰਕੇ ਚਲੋ ਇਹ ਜਿਹੜੇ ਰੱਖੇ ਹੋਏ ਨੇ ਠੀਕ ਹੈ, ਤੇ ਫਿਰ ਗਾਂਹ ਵਾਸਤੇ ਖਿਆਲ ਰੱਖਿਆ ਜਾਵੇ, ਜਾਂ ਪਿਛਲੀ ਸਰਕਾਰ ਦੇ ਕਾਰਨਾਮਿਆਂ ਨੂੰ ਜਗ ਜ਼ਾਹਰ ਕਰਨ ਹਿੱਤ ਇਹ ਚਿੱਠੀਆਂ ਜਿਹੜੀਆਂ ਜਨਤਕ ਕੀਤੀਆਂ ਜਾ ਰਹੀਆਂ ਨੇ। ਪਰ ਗੱਲ ਇੱਕ ਹੈ, ਜਿਹੜੀ ਸੂਚੀ ਮੈਂ ਤੁਹਾਨੂੰ ਸੁਣਾਈ ਹੈ, ਇਸ ਸੂਚੀ ਦੇ ਵਿੱਚ ਅਜੇ ਇਹ ਅਧੂਰੀ ਹੈ ਮੇਰੇ ਕੋਲ ਸੂਚੀ। ਇਸ ਵਿੱਚ ਹੋਰ ਵੀ ਨਾਮ ਨੇ ਜਿਹੜੇ ਮੈਂ ਛੱਡ ਦਿੱਤੇ ਨੇ, ਕੋਈ ਕਿਸੇ ਦਾ ਰਿਸ਼ਤੇਦਾਰ ਹੈ, ਕੋਈ ਕਿਸੇ ਦਾ, ਲੰਬੀ ਚੌੜੀ ਸੂਚੀ ਹੈ। ਜੇ ਇਹ ਸੂਚੀ ਸਹੀ ਹੈ ਤੇ ਪੁਰਾਣੀ ਸਰਕਾਰ ਦੇ ਇੰਨੇ ਨਜ਼ਦੀਕੀ ਇਸ ਵਿਧਾਨ ਸਭਾ ਦੇ ਦਫ਼ਤਰਾਂ ਦੇ ਵਿੱਚ ਬੈਠੇ ਹੋਏ ਨੇ, ਤਾਂ ਫਿਰ ਵਿਧਾਨ ਸਭਾ ਦਾ ਕੰਮਕਾਜ ਕਿਵੇਂ ਚੱਲੇਗਾ? ਜੇ ਉਹਨਾਂ ਦੇ ਇੰਨੇ ਨਜ਼ਦੀਕੀ, ਇੰਨੇ ਹਤੈਸ਼ੀ ਜਿਹੜੇ ਨੇ, ਉਹ ਨਵੀਂ ਸਰਕਾਰ ਲਈ ਕੰਮ ਕਿਵੇਂ ਕਰਨਗੇ? ਸਰਕਾਰੀ ਭੇਤ 100 ਹੁੰਦੇ ਨੇ, ਉਹਨਾਂ ਨੂੰ ਗੁਪਤ ਰੱਖਣ ਦੀ ਜੋ ਸਹੁੰ ਖਾਧੀ ਹੁੰਦੀ ਹੈ, ਉਹਦਾ ਕੀ ਬਣੇਗਾ? ਹੁਣ ਰਾਣਾ KP ਸਿੰਘ ਨੇ ਤਾਂ ਕਹਿ ਦਿੱਤਾ ਕਿ ਮੈਂ ਸਿਆਸਤ ਛੱਡ ਦੇਵਾਂਗਾ। ਇਹ ਤੇ ਗੱਲ ਹੀ ਪਤਾ ਨਹੀਂ ਕੀ ਬਣਨਾ ਹੈ। ਮੈਂ ਤੇ ਕਈ ਵਾਰੀ ਹੈਰਾਨ ਹੁੰਦਾ ਕਿ ਕਈ ਨਸ਼ਿਆਂ ਦੇ ਕੇਸ ਵਿੱਚ ਫਸੇ ਹੋਏ, ਕਈਆਂ ਤੇ ਬੜੇ ਬਜਰ ਗੁਨਾਹਾਂ ਦਾ ਕਈਆਂ ਦਾ ਇਲਜ਼ਾਮ ਲੱਗਾ ਹੁੰਦਾ, ਉਹ ਕਹਿੰਦੇ ਨੇ ਕਿ ਮੇਰੇ ਤੇ ਦੋਸ਼ ਸਾਬਤ ਹੋ ਜਾਣ ਤੇ ਮੈਂ ਸਿਆਸਤ ਛੱਡ ਦੂੰ। ਸਿਆਸਤ ਤੇ ਛੱਡਣੀ ਪੈਣੀ ਹੈ, ਜਦੋਂ ਕੋਈ ਦੋਸ਼ ਹੀ ਸਾਬਤ ਹੋ ਗਿਆ ਫਿਰ ਵੀ ਤੁਸੀਂ ਸਿਆਸਤ ਵਿੱਚ ਬੈਠੇ ਰਹੋਗੇ। ਇਹ ਬੜੀ ਤਰਾਸਦੀ ਹੈ ਸਾਡੀ ਕਿ ਲੋਕਾਂ ਦੇ ਪੁੱਤ ਤੇ ਧੀਆਂ ਸੜਕਾਂ ਤੇ, ਟੈਂਕੀਆਂ ਤੇ, ਪਤਾ ਨਹੀਂ ਪੁਲਾਂ ਥੱਲੇ, ਪੁਲਾਂ ਦੇ ਉੱਪਰ, ਗਰਾਊਂਡਾਂ ਵਿੱਚ, ਕਦੀ ਮਟਕਾ ਚੌਂਕ, ਕਦੀ ਪਟਿਆਲਾ, ਕਦੀ ਕਿਤੇ, ਕਦੀ ਕਿਤੇ, ਕਦੀ ਕਿਤੇ, ਕੱਚੇ ਮੁਲਾਜ਼ਮ, ਕੱਚੇ ਅਧਿਆਪਕ, ਕੱਚੇ ਬਿਜਲੀ ਵਾਲੇ, ਕੱਚੇ ਕੰਡਕਟਰ, ਕੱਚੇ ਡਰਾਈਵਰ, ਸਭ ਕੁਝ ਜਿਹੜਾ ਸੀ ਉਹ 5-5 ਹਜ਼ਾਰ ਵਾਲੀਆਂ ਨੌਕਰੀਆਂ ਤੇ 7-7 ਹਜ਼ਾਰ ਵਾਲੀਆਂ ਤੇ ਠੇਕੇ ਤੇ ਉਹਨਾਂ ਨੂੰ ਰੱਖਣ ਤੇ ਆ ਗਏ। ਜੋ ਇੱਕ ਗੁੱਡ ਸਿਕਿਉਰਿਟੀ, ਲਾਈਫ ਸਿਕਿਉਰਿਟੀ ਵਾਲੀ ਤਨਖਾਹ ਜਿਹੜੀ ਹੈ, ਉਹ ਸਾਰੇ ਪਤਾ ਨਹੀਂ ਪੋਸਟਾਂ ਕਿੱਥੇ ਖਤਮ ਹੋ ਗਈਆਂ। ਇਹੋ ਜਿਹੇ ਕੰਮ ਜਿਹੜੇ ਆ ਇਹ ਹੋਏ ਨੇ ਪਿਛਲੀਆਂ ਸਰਕਾਰਾਂ ਦੇ ਵਿੱਚ। ਹੁਣ ਪਤਾ ਨਹੀਂ ਹੋਣਗੇ ਕਿ ਨਹੀਂ ਹੋਣਗੇ, ਇਹ ਤੇ 5 ਸਾਲਾਂ ਦਾ ਰਿਪੋਰਟ ਕਾਰਡ ਦੱਸੇਗਾ। ਪਰ ਮਾੜੀ ਗੱਲ ਹੈ ਜੇ ਹੁਣ ਇਹ ਗੱਲਾਂ ਜ਼ਾਹਰ ਹੋ ਰਹੀਆਂ ਨੇ, ਤੇ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਸਾਡੇ ਨਾਲ 70-75 ਸਾਲਾਂ ਦੇ ਵਿੱਚ ਕੀ ਹੋਇਆ ਤੇ ਕੀ ਹੋਣਾ ਸੀ ਜੇ ਕੋਈ ਲੋਕ ਬਦਲਾਅ ਵਾਲੀ ਜਿਹੜੀ ਗੱਲ ਹੈ ਉਹ ਅੱਗੇ ਨਾ ਲਿਆਉਂਦੇ। ਅਸੀਂ ਇੱਥੇ ਆਮ ਆਦਮੀ ਪਾਰਟੀ ਨੂੰ ਸਪੋਰਟ ਨਹੀਂ ਕਰ ਰਹੇ, ਪਰ ਇਹਨਾਂ ਦਾ ਕੰਮਕਾਜ ਇੱਕ ਵਾਰੀ ਦੇਖਣਾ ਬਣਦਾ ਹੈ ਹੁਣ ਕਿ ਇਹਨਾਂ ਨੂੰ ਮੌਕਾ ਮਿਲਿਆ, ਤੇ ਜੇ ਇਹ ਵਾਕਿਆ ਹੀ ਇਹ ਪਹਿਲਿਆਂ ਦੇ ਰਿਸ਼ਤੇਦਾਰ ਜਿਹੜੇ ਸੀ ਉਹ ਉਹਨਾਂ ਦੀ ਲਿਸਟ ਜਾਰੀ ਕਰ ਦਿੱਤੀ, ਕੀ ਇਹ ਵੀ ਆਪਣੇ ਰਿਸ਼ਤੇਦਾਰ ਕੋਈ ਰੱਖਣਗੇ? ਇੱਕ ਮੋਟਾ ਜਿਹਾ ਮੈਂ ਵੈਸੇ ਦੱਸ ਦੇਵਾਂ ਕਿ ਆਮ ਤੌਰ ਤੇ ਸਾਡੇ ਜੋ ਫਰਕ ਨਜ਼ਰ ਆਇਆ, ਇੱਕ ਤੇ ਮਾਈਨਿੰਗ ਦੇ ਮਾਮਲੇ ਵਿੱਚ ਕੰਮ ਹੋ ਰਿਹਾ, ਦੂਸਰਾ ਪੁਲਿਸਿੰਗ ਦੇ ਮਾਮਲੇ ਵਿੱਚ ਥੋੜ੍ਹਾ ਜਿਹਾ ਕੰਮ ਹੋ ਰਿਹਾ
ਕਿ ਲੋਕਲ ਵਿਧਾਇਕ ਜਿਹੜੇ ਨੇ ਉਹਨਾਂ ਦੀ ਲੋਕਲ ਥਾਣਿਆਂ ਦੇ ਵਿੱਚ ਬਹੁਤ ਘੱਟ ਦਖਲ ਅੰਦਾਜ਼ੀ ਹੈ। ਉਹਨਾਂ ਦੀ ਕੋਈ ਵੀ ਕੰਟਰੋਲ ਹੈ ਕੁਲਦੀਪ ਜੀ। ਜੀ ਹੋ ਰਿਹਾ ਹੈ ਉਹ, ਔਰ ਟਰਾਂਸਪੇਰੈਂਸੀ ਵੱਧ ਰਹੀ ਹੈ, ਪਰ ਅਜੇ ਸਰਕਾਰ ਨੂੰ ਸਮਾਂ ਲੱਗੇਗਾ ਪੈਰ ਜਮਾਉਣ ਲਈ। ਪਰ ਵਿਧਾਨ ਸਭਾ ਵਿੱਚ ਜੇ ਵਾਕਿਆ ਇਸ ਤਰ੍ਹਾਂ ਦੀਆਂ ਭਰਤੀਆਂ ਹੋਈਆਂ ਨੇ ਤੇ ਜਿਹੜੀ ਸੂਚੀ ਮੈਂ ਜਾਰੀ ਕੀਤੀ ਹੈ, ਇਹ ਇੱਕ ਸੂਚੀ ਨਹੀਂ, ਇਹ ਤੇ ਲੰਬੇ ਚਿੱਠੇ ਨਿਕਲਣਗੇ। ਜੇ ਕਿਤੇ ਬਾਕੀ ਵਿਭਾਗਾਂ ਨੂੰ ਵੀ ਫੋਲ ਲਿਆ ਜਾਵੇ, ਇਹ ਤੇ ਸਪੀਕਰ ਸਾਹਿਬ ਦੇ ਨੱਕ ਦੇ ਹੇਠਾਂ ਸਾਰੇ ਮੁਲਾਜ਼ਮ ਬੈਠੇ ਹੋਏ ਸੀ। ਮੈਨੂੰ ਤਾਂ ਲੱਗਦਾ ਇਸ ਤਰ੍ਹਾਂ ਹੋਇਆ ਹੋਣਾ, ਉਹ ਕਹਿੰਦੇ ਜੀ ਫਲਾਣੇ ਨੂੰ ਬੁਲਾਓ, ਉਹਦੇ ਕੋਲੋਂ ਆਹ ਕੰਮ ਲਓ, ਆਹ ਕਰੋ। ਫਿਰ ਕਿਸੇ ਨੇ ਦੱਸਿਆ ਹੋਣਾ ਕਿ ਇਹ ਤੇ ਫਲਾਣੇ ਦੇ ਰਿਸ਼ਤੇਦਾਰ ਨੇ, ਆ ਫਲਾਣੇ ਦਾ, ਤੇ ਉੱਥੋਂ ਇਹ ਘਪਲਾ ਉਜਾਗਰ ਹੋ ਗਿਆ। ਘਪਲਾ ਹੈ ਜਾਂ ਘੁਟਾਲਾ ਹੈ ਜਾਂ ਚਾਲਬਾਜ਼ੀ ਹੈ, ਕਿਉਂ ਨਹੀਂ ਯੋਗ ਉਮੀਦਵਾਰਾਂ ਨੂੰ ਰੱਖਿਆ ਗਿਆ ਉਹਨਾਂ ਦੇ ਮੁਕਾਬਲੇ, ਤੇ ਇਹਨਾਂ ਨੂੰ ਕਿਉਂ ਰੱਖ ਲਿਆ ਗਿਆ, ਇਹ ਹੁਣ ਜਵਾਬ ਦੇਣਾ ਪਏਗਾ। ਕੁਲਦੀਪ ਜੀ, ਵੈਸੇ ਤੇ ਜਿਹੜੀ ਹਾਕਮ ਧਿਰ ਆ ਉਹਨੂੰ ਵਿਰੋਧੀ ਧਿਰ ਗੱਲਾਂ ਬਾਤਾਂ 'ਚ ਗੁੱਦਦੀ ਹੁੰਦੀ ਹੈ, ਪਰ ਹੁਣ ਪੰਜਾਬ ਕਾਂਗਰਸ ਦੇ ਨਵੇਂ ਨਵੇਕਲੇ ਪ੍ਰਧਾਨ ਰਾਜਾ ਵੜਿੰਗ ਨੇ ਸਿੱਧਾ ਇਲਜ਼ਾਮ ਲਾਤਾ ਜੀ ਨਵੀਂ ਸਰਕਾਰ ਤੇ। ਕਹਿੰਦੇ ਤੁਹਾਡੇ ਅਫਸਰ ਸਾਡੇ ਨਾਲ ਵਿਤਕਰਾ ਕਰਦੇ ਨੇ, ਜਿੱਦਾਂ ਤੁਹਾਨੂੰ ਕਾਨੂੰਨ ਨੇ ਫੜਿਆ ਛਡਾਉਣਾ ਕਿਸੇ ਨੇ ਨਹੀਂ। ਕੀ ਗੱਲ, ਡਰ ਗਏ ਨੇ ਕਿ ਧਮਕੀ ਦਿੰਦੇ ਨੇ? ਮੈਂ ਕਿਹਾ ਜੀ ਰਾਜਾ ਵੜਿੰਗ ਸਾਹਿਬ ਨੂੰ ਪੁੱਛੋ ਕਿ ਜਦੋਂ ਸਾਬਕਾ ਮੰਤਰੀ ਪ੍ਰਗਟ ਸਿੰਘ ਨੂੰ ਕਹਿੰਦੇ ਸੀ ਕਿ ਕੈਪਟਨ ਦੇ ਇੱਕ ਵੱਡੇ ਅਧਿਕਾਰੀ ਨੇ ਮੈਨੂੰ ਫੋਨ ਕਰਕੇ ਧਮਕੀ ਦਿੱਤੀ ਹੈ ਕਿ ਤੂੰ ਆਪਣਾ ਮੂੰਹ ਬੰਦ ਰੱਖ, ਤੇ ਉਦੋਂ ਅਧਿਕਾਰੀਆਂ ਤੋਂ ਕੌਣ ਕੰਮ ਲੈ ਰਿਹਾ ਸੀ? ਜਿੱਦਣ ਨਵਜੋਤ ਸਿੰਘ ਸਿੱਧੂ ਰੌਲਾ ਪਾਉਂਦੇ ਸੀ ਕਿ ਐਡਵੋਕੇਟ ਜਨਰਲ ਤੇ ਪੰਜਾਬ ਪੁਲਿਸ ਦੇ DGP ਤੇ ਹੋਰ ਕਈ ਅਹੁਦੇਦਾਰ ਜਿਹੜੇ ਆ ਉਹ ਬਹਿਬਲ ਕਲਾਂ ਗੋਲੀ ਕਾਂਡ, ਬੇਅਦਬੀ ਕਾਂਡ ਤੇ ਜਿਹੜੀ ਨਸ਼ਿਆਂ ਦੀ ਜਾਂਚ ਹੈ ਉਹਦੇ ਵਿੱਚ ਪ੍ਰੋਪਰ ਕੰਮ ਨਹੀਂ ਕਰ ਰਹੇ, ਤੇ ਫਿਰ ਉਦੋਂ ਅਫਸਰਾਂ ਤੋਂ ਕੰਮ ਕੌਣ ਲੈ ਰਿਹਾ ਸੀ? ਇਹ ਵਿੰਡਿਕਟਿਵ ਪੋਲੀਟਿਕਸ ਜਿਹੜੀ ਹੈ ਇਹ ਹਮੇਸ਼ਾ ਖੇਡੀ ਜਾਂਦੀ ਰਹੀ ਹੈ, ਪਰ ਹੁਣ ਜਵਾਬ ਦੇਣ ਦਾ ਮੌਕਾ ਹੈ। ਤੇ ਤੁਸੀਂ ਇਹ ਦੱਸੋ ਰਾਜਾ ਵੜਿੰਗ ਜੀ, ਤੁਹਾਡੀ ਸਰਕਾਰ ਦੇ ਬੰਦੇ ਜਿਨ੍ਹਾਂ ਦੇ ਤੁਸੀਂ ਇਲੈਕਸ਼ਨਾਂ ਦੇ ਦਰਮਿਆਨ ਇੰਨਾ ਵੱਡਾ ਇਲਜ਼ਾਮ ਲਾਇਆ ਕਿ ਇਹਨਾਂ ਨੂੰ ਦੋ ਬਾਦਲ ਵੱਖਰੇ ਵੱਖਰੇ ਨਾ ਸਮਝੋ, ਇਹ ਉਹੀ ਬਾਦਲ ਨੇ, ਤੇ ਫਿਰ ਕੀ ਨਾ ਹੋਇਆ ਹੋਵੇਗਾ? ਉੱਥੇ ਸਭ ਕੁਝ ਹੋਇਆ ਹੋਵੇਗਾ, ਲੇਕਿਨ ਸਮਾਂ ਆਉਣ ਤੇ ਇਸੇ ਤਰ੍ਹਾਂ ਦੇ ਇਲਜ਼ਾਮ ਨੇ। ਇਹ ਮੈਨੂੰ ਲੱਗਦਾ ਹੈ ਕਿ ਡਰ ਉਹਨਾਂ ਦਾ ਜਿਹੜਾ ਅੰਦਰੋਂ ਬੋਲ ਰਿਹਾ, ਦਿੱਤੀ ਉਹਨਾਂ ਨੇ ਧਮਕੀ ਹੈ ਇਨਡਾਇਰੈਕਟਲੀ, ਪਰ ਹੈ ਅੰਦਰਲਾ ਡਰ ਕਿ ਅਫਸਰਾਂ ਨੂੰ ਦੱਸਿਆ ਕਿ ਜਿਵੇਂ ਬਿਰਸਾ ਸਿੰਘ ਬਟੂਆ ਦੀ ਵੀਡੀਓ ਆਈ ਸੀ ਕਿ ਉਹ ਇੱਕ SHO ਨੂੰ ਜਾਂ ਇੱਕ ਇੰਸਪੈਕਟਰ ਨੂੰ ਕਹਿ ਰਹੇ ਨੇ ਕਿ ਕੋਈ ਨਹੀਂ, ਸਾਡਾ ਵੀ ਸਮਾਂ ਆਉਣਾ, ਸਾਡੀ ਵੀ ਸਰਕਾਰ ਆਉਣੀ ਹੈ। ਇਸੇ ਤਰ੍ਹਾਂ ਦਾ ਨਹੀਂ ਚੱਲਦਾ ਹੁੰਦਾ, ਤੂੰ ਆਪਣੇ ਹਿਸਾਬ ਨਾਲ ਚੱਲਿਆ ਕਰ। ਇਹ ਪੁਰਾਣੀਆਂ ਧਮਕੀਆਂ ਨੇ। ਮੈਂ ਸਮਝਦਾ ਜੇ ਪੁਲਿਸ ਜਾਂ ਹੋਰ ਅਧਿਕਾਰੀਆਂ ਨੂੰ ਇਸ ਤਰ੍ਹਾਂ ਕੋਈ ਧਮਕਾਉਂਦਾ ਹੈ, ਅਧਿਕਾਰੀਆਂ ਨੂੰ, ਉਹ ਵੀ ਵਿਰੋਧੀ ਧਿਰ ਦਾ ਆਗੂ ਜਾਂ ਇਹ ਜਿਹੜੇ ਮਾਫ ਕਰਨਾ ਜਿਹੜੇ ਪੰਜਾਬ ਕਾਂਗਰਸ ਦਾ ਜਿਹੜਾ ਪ੍ਰਧਾਨ ਹੈ, ਤੇ ਬਹੁਤ ਮਾੜੀ ਗੱਲ ਹੈ। ਇਸ ਗੱਲ ਦਾ ਉਹਨਾਂ ਨੂੰ ਥੋੜ੍ਹਾ ਜਿਹਾ ਖਿਆਲ ਰੱਖਣਾ ਚਾਹੀਦਾ ਹੈ। ਟਵੀਟ ਜਿੰਨੇ ਕੀਤੇ ਜਾ ਰਹੇ ਨੇ, ਜਿੰਨਾ ਟਵੀਟਸ ਤੇ ਜ਼ੋਰ ਹੈ ਹੁਣ, ਇੱਕ ਤੇ ਸਮੇਂ ਸਿਰ ਲੋਕਾਂ ਦੇ ਸਾਹਮਣੇ ਮੁੱਦੇ ਉਠਾਏ ਜਾਂਦੇ, ਤੇ ਅੱਜ ਇਹ ਜਿਹੜੀਆਂ ਰਵਾਇਤੀ ਪਾਰਟੀਆਂ ਦਾ ਇਹ ਹਾਲ ਨਾ ਹੁੰਦਾ ਸਾਡਾ। ਮੇਰਾ ਖਿਆਲ ਹੈ ਕਿ ਉਹਨਾਂ ਨੂੰ ਅਜੇ ਚੁੱਪ ਬੈਠਣਾ ਚਾਹੀਦਾ ਸਾਰਿਆਂ ਨੂੰ। ਨਵਜੋਤ ਸਿੰਘ ਸਿੱਧੂ ਥੋੜ੍ਹਾ ਜਿਹਾ ਜ਼ਿਆਦਾ ਸਪੀਡ ਫੜ ਗਏ ਨੇ, ਤੇ ਕਦੇ ਸਵੇਰ ਨੂੰ ਸਿਫਤ ਕਰ ਦਿੰਦੇ ਕਿ ਦੇਖੋ ਕਬਜ਼ਾ ਛਡਾਇਆ, ਹੋਰ ਵੀ ਛਡਾਓ। ਤੁਹਾਡੀ ਵੀ ਸਰਕਾਰ ਸੀ, ਤੁਸੀਂ ਬਿਜਲੀ ਤੇ ਤੁਸੀਂ ਜਿਹੜੀ ਗੱਲ ਕਰ ਰਹੇ, ਤੁਸੀਂ ਵੀ ਬਿਜਲੀ ਮੰਤਰੀ ਸੀ ਸਾਬਕਾ, ਤੁਹਾਨੂੰ ਵੀ ਬਣਾਇਆ ਗਿਆ ਸੀ, ਤੁਸੀਂ ਕਿੰਨੇ ਕੁ ਕਨੈਕਸ਼ਨ ਜੋੜ ਲਏ, ਤੁਸੀਂ ਕਿੰਨੇ ਦੇ ਸਮਝੌਤੇ ਰੱਦ ਕਰਾ ਲਏ। ਇਹ ਸਾਰੀਆਂ ਗੱਲਾਂ ਸਮਾਂ ਦਿਓ ਨਵੀਂ ਸਰਕਾਰ ਨੂੰ, ਫਿਰ ਦੇਖੋ ਕੀ ਬਣਦਾ। ਸਿੱਧੂ ਸਾਹਿਬ ਦੀ ਕਿਹੜੀ ਗੱਲ ਹੈ? ਸਵੇਰੇ ਕਹਿੰਦੇ ਮੈਂ ਭਗਵੰਤ ਮਾਨ ਦੇ ਨਾਲ ਆ, ਸ਼ਾਮ ਨੂੰ ਕਹਿੰਦੇ ਓਏ ਭਗਵੰਤ ਮਾਨ ਆ, ਉਹਨਾਂ ਦਾ ਆਪਣੀ ਬੋਲਬਾਣੀ ਤੇ ਕੰਟਰੋਲ ਨਹੀਂ ਹੈ। ਜੇ ਅਸੀਂ ਪੰਜਾਬ ਦੇ ਸਿਆਸਤਦਾਨਾਂ ਦੇ ਪੋਤੜੇ ਫਰੋਲਣ ਲੱਗੇ ਤੇ ਸਾਨੂੰ ਰਾਤ ਪੈ ਜਾਣੀ ਹੈ। ਪਰ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਇੱਥੇ ਖਤਮ ਹੋ ਗਿਆ। ਕੁਲਦੀਪ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਟੂਡੀਓ 'ਚ ਆਏ। ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਾ ਹੋਵੇਗਾ। ਕੱਲ੍ਹ ਫਿਰ ਨਵੇਂ ਮੁੱਦਿਆਂ ਦੇ ਨਾਲ ਹਾਜ਼ਰ ਹੋਵਾਂਗੇ, ਤੇ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਨੈਸ਼ਨਲ TV ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।